ਕਰਦੇ ਆ ਨਾ, ਕਿਉਂਕਿ ਅਸੀਂ ਜਿਹੜੇ ਨਬੀ ਪਾਕ ਤੇ ਹਮਲਾ ਕਰਦੇ ਉਹਨੂੰ ਨਾਤ ਪੜਨਾ ਚਾਹੁੰਦੇ ਨਦੀਮ ਭੱਟੀ ਸਾਹਿਬ ਨੇ ਤੇ ਕੋਈ ਮੇਰੇ ਖਿਆਲ ਨਬੀ ਪਾਕ ਦੇ ਉੱਤੇ ਹਮਲੇ ਕਰਨ ਵਾਲਿਆਂ ਨੇ ਨਬੀ ਪਾਕ ਦੀ ਨਾਤ ਅਸੀਂ ਉਹਨਾਂ ਕੋਲ ਨਹੀਂ ਸੁਣਨੀ। ਤੁਸੀਂ ਘਰ ਪੜ ਲਿਆ ਜੇ, ਆਪਣੇ ਆਪ ਨੂੰ ਸੁਣਾ ਲਿਆ ਜੇ ਨਾ, ਸਾਨੂੰ ਕਿਉਂ ਸੁਣਾਉਣਾ ਚਾਹੁੰਦੇ ਉਹਨਾਂ ਦੀ? ਸਾਨੂੰ ਤੇ ਤੁਹਾਡੀ ਹਕੀਕਤ ਦਾ ਪਤਾ ਲੱਗ ਗਿਆ ਨਾ ਮਾਜ਼ਰਤ ਦੇ ਨਾਲ। ਤੁਹਾਨੂੰ ਘਰ ਸਰ ਮੁਕੰਮਲ ਸ਼ਹਿਰੀ ਆਜ਼ਾਦੀ ਹਾਸਲ ਹੈ, ਇਨਸਾਨੀ ਬੁਨਿਆਦੀ ਹਕੂਕ ਤੁਹਾਡੇ ਕੋਲ ਨੇ। ਘਰ ਵਿੱਚ ਬਹਿ ਕੇ, ਅੰਦਰ ਬਹਿ ਕੇ ਤੁਸੀਂ ਨਬੀ ਪਾਕ ਨੂੰ ਗਾਲਾਂ ਕੱਢਣੀਆਂ ਚਾਹੋ ਜਾਂ ਨਬੀ ਪਾਕ ਦੀ ਨਾਤ ਪੜਨਾ ਚਾਹੋ, ਆਜ਼ਾਦ ਹੋ ਤੁਸੀਂ। ਇੱਥੇ ਸਾਡੇ ਸਾਹਮਣੇ ਡਰਾਮਾ ਨਾ ਕਰੋ, ਇਹ ਡਰਾਮਾ ਹੁਣ ਬੇਕਾਰ ਹੋ ਚੁੱਕਿਆ ਹੈ, ਇਹ ਬੰਦ ਕਰੋ ਡਰਾਮਾ। ਮਰਜ਼ਾਈਆਂ ਕੋ ਨਾਤ ਕੌਣ ਸੁਣਦਾ ਹੈ? ਮਰਜ਼ਾਈ ਆਂਦੇ ਨੇ ਅਸੀਂ ਨਬੀ ਪਾਕ ਦੇ ਕਿਰਦਾਰ ਤੇ ਗੱਲ ਕਰਨੀ, ਆਂਦੇ ਨੇ ਅਸੀਂ ਨਾਤ ਸੁਣਾਣੀ। ਵਾਹ ਭਾਈ ਵਾਹ, ਵਾਹ ਭਾਈ ਵਾਹ। ਉਹ ਅਮਰ ਭਾਈ ਢੂੰਡੋ ਅਲੀ ਅਕਬਰ ਨੂੰ 2 ਹਫ਼ਤੇ ਵਾਸਤੇ ਰੋਜ਼ਾ ਰੱਖ ਲਿਆ ਜੀ ਉਹਨੇ। ਉਹਨੂੰ ਬੁਲਾਓ, ਉਹਨੂੰ ਕਹੋ ਆ ਜਾ ਨਬੀ ਪਾਕ ਦੇ ਕਿਰਦਾਰ ਤੇ ਗੱਲ ਕਰੀਏ। ਸਾਰੇ ਮਰਜ਼ਾਈ ਇਕੱਠੇ ਹੋ ਕੇ ਆਵੋ ਨਬੀ ਪਾਕ। ਉਹਨੂੰ ਅੱਜ WhatsApp ਤੇ ਕਾਲ ਕਰਕੇ ਪੁੱਛ ਰਿਹਾ ਕੀ ਹਾਲ ਹੈ। ਨਹੀਂ ਅਮਰ ਭਾਈ, ਮੈਂ ਆਪ ਬੜਾ ਹੈਰਾਨ ਵੀ ਹਾਂ ਥੋੜਾ ਜਿਹਾ ਇਸ ਗੱਲ ਤੋਂ ਕਿ ਸੁਬਹ ਮੈਂ, ਕਿਉਂਕਿ ਅਲੀ ਅਕਬਰ ਦੀ ਪੂਰੀ ਗੁਫ਼ਤਗੂ ਤੇ ਨਹੀਂ ਸੁਣੀ ਮੈਂ, ਉਹ ਜਦੋਂ ਨਜ਼ੀਰ ਇਹ ਨਾਲ ਤੁਹਾਡੀ ਗੁਫ਼ਤਗੂ ਹੋ ਰਹੀ ਸੀ ਨਾ, ਉਸ ਟਾਈਮ ਮੈਂ ਸੁਣੀ ਹੈ, ਤੇ ਬਾਕੀ ਮੈਂ ਸੁਣਨ ਦੀ ਕੋਸ਼ਿਸ਼ ਕਰਨਾ ਪਿਆ। ਮੈਂ ਥੋੜੀ ਜਿਹੀ ਸੁਣੀ ਸੀ ਲੇਕਿਨ ਟਾਈਮ ਫਿਰ ਨਹੀਂ ਮਿਲਿਆ, ਤੇ ਉਹ ਮੈਂ ਸੁਣਨਾ ਵਾ। ਲੇਕਿਨ ਮੈਨੂੰ ਬੜੀ ਹੈਰਤ ਇਸ ਗੱਲ ਤੇ ਹੋ ਰਹੀ ਹੈ ਕਿ ਉਸ ਗੁਫ਼ਤਗੂ ਤੋਂ ਬਾਅਦ ਜਿਹਦੀਆਂ ਕਿ ਬੜੀਆਂ ਮੈਂ ਸੁਣਨਾ ਪਿਆ ਧੁੰਮਾਂ ਕਿ ਅਲੀ ਅਕਬਰ ਸਾਹਿਬ ਨੇ ਬੜੇ ਦਲਾਇਲ ਦਿੱਤੇ ਨੇ, ਔਰ ਇੰਝ ਦਲਾਇਲ ਦਿੱਤੇ ਨੇ ਕਿ ਮਾਜ਼ਅੱਲਾ ਮਾਜ਼ਅੱਲਾ, ਉਹਨੇ ਰਸੂਲੁल्लाह सल्लल्लाहु अलैहि वसल्लम ਨੂੰ ਬਿਲਕੁਲ ਉਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਈਸਾਈ ਸਾਬਤ ਕਰਦੇ ਨੇ ਜਾਂ ਜੋ ਯਹੂਦੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਨੇ ਨਾ, ਉਹੀ ਕੰਮ ਇਹਨੇ ਅਲੀ ਅਕਬਰ ਨੇ ਕੀਤਾ ਹੈ। ਉਸ ਦੇ ਬਾਵਜੂਦ ਫਤਿਹ ਮਸੀਹ ਵਾਲਾ ਸਾਬਤ ਕਰਨ ਦੀ ਕੋਸ਼ਿਸ਼, ਜੀ ਬਿਲਕੁਲ, ਉਸ ਦੇ ਬਾਵਜੂਦ ਕਿਸੇ ਪਾਸੇ ਕੋਈ ਮਰਜ਼ਈਆਂ ਦੀ ਮੈਂ ਬਰਾੜ ਹਾਲੇ ਤੱਕ ਨਹੀਂ ਵੇਖੀ। ਮੈਂ ਵੇਖਣਾ ਪਿਆ ਕਿ ਕਿਧਰੇ ਉਹਨਾਂ ਅਲੀ ਹੱਕ ਦੇ ਉਹਦੇ ਆਪਣਾ ਅਲੀ ਅਕਬਰ ਦੀ ਰਿਕਾਰਡਿੰਗ ਕੀਤੀ ਹੈ। ਅਮਰ ਸਿਆਲ ਸਾਹਿਬ ਸੁਣਾਓ ਬਈ ਰਿਕਾਰਡਿੰਗ ਕੀ ਹੋਇਆ ਦਿਹਾੜੀ ਉੱਥੇ ਤੁਸੀਂ ਨਹੀਂ ਨਹੀਂ ਅਮਰ ਭਾਈ, ਪਹਿਲੇ ਮੈਂ ਥੋੜੀ ਜਿਹੀ ਗੱਲ ਕਰ ਲਵਾਂ ਕਿ ਉਹ ਜਿਹੜਾ ਅਲੀ ਅਕਬਰ ਦੀ ਫਤਹ ਦੇ ਐਲਾਨ ਇਹਨਾਂ ਕੋ ਨਹੀਂ ਕੀਤੇ, ਕੋਈ ਬਰਾਡਾਂ ਨਹੀਂ ਲਾਈਆਂ, ਮਠਿਆਈਆਂ ਨਹੀਂ ਵੰਡੀਆਂ, ਕਿਧਰੇ ਖੁਸ਼ੀਆਂ ਨਾਲ ਧਮਾਲ ਨਹੀਂ ਪਾਏ। ਇਹ ਧਮਾਲਾ ਪਾਉਣ ਤੇ ਬਾਹਰ ਨਿਕਲ ਗਈ ਹੈ ਤੇ ਚੌਹਾਨ ਸਾਹਿਬ ਨੇ ਤੇ ਕਾਕ ਮਾਸਟਰ ਸਾਹਿਬ ਨੇ ਜੋ ਕੋਈ ਆਖਿਆ ਉਹ ਸੁਣ ਲਓ। ਮੈਂ ਆਇਆ ਸੀ ਗੱਲ ਠੀਕ ਹੈ ਜੀ। ਅਮਰ ਸਿਆਲ ਭਾਈ, ਤੁਸੀਂ ਅਗਰ ਲਾਣੀ ਹੈ ਵੈਸੇ ਬਾਬਰ ਮਹਿਰ ਭਾਈ ਕਹਿ ਰਹੇ ਨੇ ਅਪਲੋਡ ਹੋ ਗਈ ਤਾਂ ਮੈਂ ਸੁਣ ਲਵਾਂਗਾ। ਲੇਕਿਨ ਮੈਂ ਇਹੀ ਗੱਲ ਤੋਂ ਪਰੇਸ਼ਾਨ ਹਾਂ ਕਿ ਇਹਨਾਂ ਨੇ ਕੋਈ ਧਮਾਲਾ ਸ਼ਮਾਲਾ ਕੋਈ ਨਹੀਂ ਪਾਈਆਂ ਕਿ ਅਲੀ ਅਕਬਰ ਨੇ ਜੀ ਬੜਾ ਕਾਰਨਾਮਾ ਅੰਜਾਮ ਦਿੱਤਾ ਹੈ ਤੇ ਉਹਨੇ ਫਤਿਹ ਮਸੀਹ ਦੇ ਦਲਾਇਲ ਸਾਰੇ ਉਹਨੇ ਅਮਰ ਨਜ਼ੀਰ ਨੂੰ ਜਾ ਕੇ ਜਿਹੜਾ ਲਾਜਵਾਬ ਕਰ ਦਿੱਤਾ ਤੇ ਫਤਿਹ ਮਸੀਹ ਦੇ ਬਿਲਕੁਲ ਸ਼ਾਨਾ ਬਿਸ਼ਾਨਾ ਨਾਲ ਜਾ ਕੇ ਖਲੋਤਾ ਸੀ ਅੱਜ ਅਲੀ ਅਕਬਰ। ਤੇ ਉਹੀ ਫਤਿਹ ਮਸੀਹ ਦੇ ਉਹਨੇ ਜਿਹੜੇ ਨੇ ਦਲਾਇਲ ਉਹ ਉਹਨੇ ਪੇਸ਼ ਕੀਤੇ ਨੇ, ਇਤਰਾਜ਼ ਉਹਨੇ ਪੇਸ਼ ਕੀਤੇ ਨੇ, ਤੇ ਉਹਨੇ ਮਾਜ਼ਅੱਲਾ 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 ਆਪਣੇ ਵੱਲੋਂ ਉਹਨੇ ਪੈਗੰਬਰ ਇਸਲਾਮ ਨੂੰ ਝੂਠਿਆ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹੜੀ ਕਿ ਫਤਿਹ ਮਸੀਹ ਨੇ ਵੀ ਕੀਤੀ ਸੀ, ਨਹੀਂ ਕਰ ਸਕਿਆ। ਯਹੂਦੀ ਈਸਾਈ ਕਰਦੇ ਨੇ। ਬਾਬਰ ਭਾਈ ਜ਼ਰਾ ਲੀਮ ਸਾਹਿਬ ਨੂੰ ਇਹ ਸੁਣਾਓ ਹਾਂ ਜ਼ਰਾ, ਜਿਹੜੀ ਸੁਬਾਹ ਦੀ ਗੱਲ ਹੋਈ ਉਹਦੀ ਅਲੀ ਅਕਬਰ ਦੀ, ਤਾਂ ਕਿ ਮਰਜ਼ੀਏ ਦਾ ਪਤਾ ਲੱਗੇ ਕਿੱਥੇ ਵੀ ਜਾਂਦੀ ਹੈ। ਜਿਹੜੀਆਂ ਗੱਲਾਂ ਜੀ ਸਾਹਿਬ ਨੇ ਕੀਤੀਆਂ ਨੇ ਉਹ ਗਲਤ ਨਹੀਂ ਕੀਤੀਆਂ, ਉਹ ਸਾਰੀ ਜਿਹੜੀਆਂ ਨਿਸ਼ਾਨਦੇਹੀ ਹੋਣੇ ਹੋ ਜਾਂਦੀ ਹੈ। ਹਾਂ ਮਤਲਬ ਮੈਂ ਤੇ ਉਹ ਵੇਖਦਾ ਸਪਿਆ, ਮੈਂ ਹਾਲੇ ਵੀ ਉਹੀ ਚੈੱਕ ਕਰਨਾ ਵਾ ਕਿ ਅਹਿਮਦ ਅਲੀ ਕਿੱਥੇ ਗਿਆ, ਅਹਿਮਦ ਜੱਟ ਕਿੱਥੇ ਗਿਆ, ਬਰਾੜ ਨਹੀਂ ਲਾਈ, ਔਰ ਇਰਫਾਨ ਜੱਟ ਕਿੱਥੇ ਵੜੇ ਆ, ਕਿਹੜੀ ਖੋਡੇ 'ਚ ਵੜੇ ਆ, ਕਿਉਂ ਨਹੀਂ ਉਹਨੇ ਬਰਾੜ ਲਾਈ, ਮੀਰ ਸਲੀਮ ਕਿਹੜੀ ਗੋਠੇ 'ਚ ਵੜੇ ਆ, ਉਹਨਾਂ ਕਿਉਂ ਨਹੀਂ ਬਰਾਡਾਂ ਲਾਈਆਂ। ਉਹ ਬਰਾਡਾਂ ਲਾਓ, ਫਤਹ ਦੇ ਸ਼ਾਦੀਆਨੇ ਵਜਾਓ, ਉੱਥੇ ਐਲਾਨ ਕਰੋ ਕਿ ਅੱਜ ਅਸੀਂ ਫਤਿਹ ਮਸੀਹ ਨੂੰ ਜਿਤਵਾ ਕੇ ਆਏ ਆ। ਅਲੀ ਅਕਬਰ ਨੇ ਅਮਰਦੀਪ ਦੇ ਕੋਲੋਂ ਡਿਬੇਟ ਜਿੱਤ ਲਈ ਹੈ ਜੀ ਹਾਂ, ਦੱਸੋ ਲੋਕਾਂ ਨੂੰ ਕਿ ਫਤਿਹ ਮਸੀਹ ਦਾ ਅਸੀਂ ਫਤਹ ਦਾ ਐਲਾਨ ਕਰ ਦਿੱਤਾ ਹੈ। ਫਤਿਹ ਮਸੀਹ ਨੇ ਜਿਹੜੇ ਇਤਰਾਜ਼ ਕੀਤੇ ਸਨ ਤੇ ਮਿਰਜ਼ਾ ਕਾਦੀਆਨੀ ਨੇ ਉਹਦੀਆਂ ਇੰਨੀਆਂ ਤਵੀਲਾਂ ਕੀਤੀਆਂ ਸਨ ਕਿ ਉਹ ਜਨਾਬ ਮਾਜ਼ਅੱਲਾ ਮਾਜ਼ਅੱਲਾ ਉਹ ਈਸਾ ਅਲੈਹਿਸਲਾਮ ਤੇ ਭੌਂਕਣਾ ਸ਼ੁਰੂ ਹੋ ਗਿਆ ਸੀ, ਯਾਨੀ ਕਿ ਇਹ ਦਿਖਾ ਦਿੱਤਾ ਉਹਨੇ। ਉਹੀ ਅਲੀ ਅਕਬਰ ਦੇ ਮੂੰਹ 'ਚ ਸੁਣੋ ਤੁਸੀਂ। ਜੀ ਹਾਂ, ਤੇ ਅੱਜ ਉਹ ਹੀ ਅਲੀ ਅਕਬਰ ਨੇ ਵੀ ਕੰਮ ਕੀਤਾ ਹੈ, ਵਿਖਾਇਆ। ਤੇ ਕਿੱਥੇ ਹੋ ਯਾਰ, ਨਿਕਲੋ ਬਾਹਰ, ਢੋਲ ਟਮਕੇ ਕਰੋ, ਕੋ ਬਰਾਡਾਂ ਲਾਓ, ਸ਼ਾਦੀਆਨੇ ਬਜਾਓ, ਕੋਈ ਮਤਲਬ ਮੁਜਰੇ ਵਹਾਓ, ਕਰੋ ਕੋਈ ਨਾ ਕੋਈ ਤੇ ਕਰੋ ਯਾਰ। ਰਿਕਾਰਡਿੰਗ ਕੱਢੀਓ, ਥੱਲੇ ਪਿਆਂਦੇ ਨੇ ਆਪਣਾ ਅਲੀਮ ਸਾਹਿਬ, ਤੇ ਤੁਸੀਂ ਰਿਕਾਰਡਿੰਗ ਕੱਢੋ ਜ਼ਰਾ, ਵਰਨਾ ਮੈਨੂੰ ਜਿਹੜਾ ਨਾ ਪਿੱਛਾ ਥੱਲੇ ਲੈਣਾ ਪੈਣਾ। ਮੈਂ ਓਏ ਬਾਬਰ ਭਾਈ ਬਿਜ਼ੀ ਬੰਦੇ ਨੇ, ਉਹਨਾਂ ਕਿਧਰੇ ਨਾ ਕਿਧਰੇ ਰਿਕਾਰਡਿੰਗ ਤੇ ਲਾਇਆ ਹੋਣਾ, ਤੁਸੀਂ ਕੱਢ ਲਓ ਪਿੱਛਾ ਹੋ ਕੇ। ਨਹੀਂ ਆਉਂਦੇ ਨੇ ਆਵੇ ਮੇਰੇ ਕੋਲ, ਐ ਤੇ ਚਲਾ ਲਓ।
ਅਬੂ ਬਕਰ ਭਾਈ ਇਹ ਅਲੀ ਅਕਬਰ ਦਾ ਬਾਈਕਾਟ ਕਰ जी ਦਿਓ असद ਗੁਸਤਾਖ ਨੂੰ साहब आए ਬਿਠਾਵੇ हैं, ਨਾ कुछ ਆਪਣੇ ਕੋਲ बात करना चाहते हैं, कोई सवाल है? ਅਸਲਾਮ ਅਲੈਕਮ ਸਭ ਭਾਈਆਂ ਨੂੰ। ਬਕਰ ਭਾਈ ਸਵੇਰ ਮੈਂ ਤੁਹਾਨੂੰ ਵਾਲੇਕੁਮ ਲਾਈਵ ਸਲਾਮ। ਕਰ ਰਿਹਾ ਤੇ ਸਵੇਰ ਤੁਸੀਂ ਉਹ ਸੈਣੀ ਸਾਹਿਬ ਦੀ ਨਹੀਂ ਲਾਈਵ ਤੇ ਸੁਣਿਆ? ਨਹੀਂ ਮੈਂ ਨਾ ਅਸਲ ਵਿੱਚ ਮੇਰੀ ਡਿਊਟੀ ਥੋੜੀ ਇਸ ਤਰ੍ਹਾਂ ਦੀ ਹੈ ਕਿ ਮੈਂ ਸਵੇਰ ਜਿਸ ਟਾਈਮ ਤੁਸੀਂ ਸ਼ੇਅਰ ਕੀਤੀ ਹੋਈ ਹੈ ਮੈਂ ਤਾਂ ਸੁੱਤਾ ਹੋਵਾਂਗਾ ਉਸ ਟਾਈਮ। ਕੀ ਨਾਮ ਹੈ ਉਹ ਫੁਰਕਾਨ ਆਏ ਆ ਤੇ ਸ਼ੁਏਬ ਨਾਲ ਬੜਾ ਜੋੜ ਪਿਆ ਰਿਹਾ ਤਾਂ ਅਬਦ ਭਾਈ ਸਨ, ਅਬਦ ਹੁਸੈਨ ਨਹੀਂ ਭਾਈ। ਹਾਂ ਹਾਂ ਤੇ ਨਬੀ ਤੁਸੀਂ ਪਾਕ ਰਿਕਾਰਡਿੰਗ ਤੋਂ ਕੀਤੀ ਹੈ? ਉਹ ਮੈਂ ਇਹੋ ਸਮਝਿਆ ਮੈਂ ਕਿਹਾ ਵੀ ਕੋਈ ਬੰਦਾ ਉਹ ਸੀ, ਮੇਰਾ ਫੋਨ ਦੀ ਮੈਮਰੀ ਫੁੱਲ ਹੋਈ ਸੀ, ਮੈਂ ਟਰਾਈ ਕੀਤਾ ਮੇਰੇ ਨਹੀਂ ਸੀ ਪੀ ਹੁੰਦੀ। ਉਹ ਬੜਾ ਸੁਬਾਹ ਤੇ ਬੜਾ ਜੋੜ ਪਿਆ ਰਿਹਾ ਕਿ ਤੇ ਹਾਂ ਇਹਨਾਂ ਤੇ ਨੇ ਫਿਰ ਤੁਹਾਨੂੰ ਸਪਰੈਡ ਲਵ ਤੁਹਾ- ਜਿਹੜਾ ਵੇ ਉਹ ਵੀ ਕਦਿਆ ਨਹੀਂ ਹੈ ਨਾ। ਹਾਂਜੀ ਉਹ ਵੀ ਕਰ ਦਿਆਂਗੀ। ਇੱਕ ਉਹ ਤੇ ਇੱਕ ਹੋਰ ਸੀ ਨਾਲ, ਉਹਨਾਂ ਨੇ ਫਿਰ ਉਹ ਕੀਤੀ ਹੈ ਇਹਦੀ ਫੁਰਕਾਨ ਦੀ ਵੀ ਜਿਹੜੀ ਕਰਨੇ ਵਾਲੀ ਸੀ, ਉਹਨਾਂ ਆਪੋ ਫਿਰ ਜਾ ਮੁਖਾਲਫ ਨਾ ਹੈ। ਯਾਰ ਤੁਸੀਂ ਚੰਗੇ, ਤੁਸੀਂ ਮੁਸਲਮਾਨ ਆਪਣੇ ਆਪ ਨੂੰ ਸਾਬਤ ਕਰਦੇ ਹੋ, ਤੁਸੀਂ ਤਾਂ ਆਪੂ ਨਬੀ ਪਾਕ ਤਾਂ ਤੁਸਾਂ ਦੇ ਇਤਰਾਜ਼ ਕੇ ਲੱਗੇ ਹੋ ਤੁਸੀਂ ਕਰਨ। ਉਹਨਾਂ ਨੇ ਬੜਾ ਫਿਰ ਬਿਲਕੁਲ। ਛੰਡਿਆ ਵਾ ਕਿ ਅੱਛਾ ਉਹ ਮੁਹੰਮਦ ਸੈਨ ਸਾਹਿਬ ਬਾਰ-ਬਾਰ ਰਿਕੁਐਸਟ ਕਰ ਰਹੇ ਨੇ ਇਹ ਮੇਰਾ ਕਮੈਂਟ ਪੜ੍ਹ ਦਿਓ, ਮੇਰਾ ਕਮੈਂਟ ਪੜ੍ਹ ਦਿਓ, ਤੇ ਉਹ ਕਹਿ ਰਹੇ ਨੇ ਮੁਹੰਮਦ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਤੇ ਨਾ ਸਾਡੀ ਔਕਾਤ ਤੇ ਨਾ ਤੁਹਾਡੀ ਔਕਾਤ ਗੱਲ ਕਰਨ ਦੀ। ਅਸੀਂ ਤੇ ਬਿਲਕੁਲ ਇਹ ਗੱਲ ਠੀਕ ਹੈ, ਦਰੁਸਤ ਹੈ ਕਿ ਸਾਡੀ ਤੇ ਔਕਾਤ ਨਹੀਂ। ਅਸੀਂ ਤੇ ਹਜ਼ਾਰ ਵਾਰੀ ਇਹ ਸੋਚਨੇ ਆ ਕਿ ਉਸ ਹਸਤੀ ਦਾ ਨਾਂ ਲੈਂਦੇ ਹੋਇਆ ਵੀ ਕੋਈ ਐਸੀ ਗੱਲ ਸਾਡੇ ਮੂੰਹ ਚੋਂ ਨਾ ਨਿਕਲ ਜਾਵੇ ਕਿ ਸਾਡੀ ਕਿਧਰੇ ਪਕੜ ਨਾ ਹੋ ਜਾਵੇ। ਮਤਲਬ ਅੱਲਾ ਮਾਫੀ ਦੇ, ਸਾਡੇ ਅੱਲਾ ਦਿਲ ਮਾਫੀ। ਵਿੱਚ ਇਤਨਾ ਖੌਫ ਹੈ, ਇਤਨਾ ਡਰ ਹੈ ਕਿ ਉਸ ਹਸਤੀ ਦਾ ਨਾਮ ਲੈਂਦੇ ਹੋਇਆ, ਉਹਨਾਂ ਦੀ ਸੀਰਤ ਬਿਆਨ ਕਰਦਿਆਂ ਹੋਇਆ ਅਸੀਂ ਇਤਨੇ ਮੁਖਤਾਤ ਹੁੰਦੇ ਆ ਕਿ ਕੋਈ ਇਸ ਤਰ੍ਹਾਂ ਦੇ ਲਫ਼ਜ਼ ਨਾ ਨਿਕਲ ਜਾਣ ਮੂੰਹ ਚੋਂ ਕਿ ਜਿਹੜੇ ਤੋਹੀਨ ਦੇ ਜ਼ੁਮਰੇ ਚ ਨਾ ਆ ਜਾਣ, ਉਹ ਸਾਡੀ ਪਕੜ ਨਾ ਹੋ ਜਾਏ, ਸਾਨੂੰ ਪਤਾ ਵੀ ਨਾ ਲੱਗੇ, ਉਹ ਸਾਡੇ ਅਮਾਲ ਜਿਹੜੇ ਨੇ ਉਹ ਗਾਰਤ ਹੋ ਜਾਣ। ਲੇਕਿਨ ਨਹੀਂ ਮਰਜ਼ਈਆਂ ਨੂੰ ਕੀ ਲੱਗੇ, ਲੀਮ ਮਰਜ਼ਈਆਂ ਸਾਹਿਬ ਨੂੰ ਕੀ ਲੱਗੇ। ਮਰਜ਼ਈ ਲੀਮ ਜਿਹੜੇ ਮਿਰਜ਼ਾ ਕਾਦੀਆਨੀ ਸਾਹਿਬ ਨੇ ਜੋ ਕੁਝ ਬਿਆਨ ਕੀਤਾ ਹੈ ਤੇ ਜਿਹੜਾ ਅੱਜ ਸਾਹਿਬ ਬਿਆਨ ਕਰਕੇ ਗਏ ਨੇ ਅਲੀ ਅਕਬਰ ਸਾਹਿਬ ਇੱਥੇ, ਤੇ ਮੀਰ ਸਲੀਮ ਸਾਹਿਬ ਜਿਹੜੇ ਬਿਆਨ ਕਰਦੇ ਹੁੰਦੇ ਨੇ, ਤੇ ਆਜ਼ਮ ਸੈਫੀ, ਉਹ ਆਜ਼ਮ ਸੈਫੀ ਜਿਹਨੇ ਉਹਨੇ ਉਹ ਗੱਲ ਕੀਤੀ ਕਿ ਉਹ ਅੱਜ ਤੱਕ ਮੇਰਾ ਖਿਆਲ ਹੈ ਕਿ ਕਿਸੇ ਕਾਫਰ ਨੂੰ ਵੀ ਨਹੀਂ ਸੁਝੀ ਹੋਣੀ। ਉਸ ਹਦੀਸ ਤੋਂ ਉਹ ਇਸਤਦਲਾਲ ਜਿਹੜਾ ਉਹਨੇ ਲਿਆ ਹੈ, ਉਹ ਤੇ ਕਾਫਰਾਂ ਵਿੱਚ ਵੀ ਕਿਸੇ ਨੂੰ ਨਹੀਂ ਸੁਝੀ ਹੋਣੀ, ਅਬੂ ਜਹਲ ਨੂੰ ਵੀ ਨਹੀਂ ਸੁਝੀ ਹੋਣੀ, ਅਬੂ ਜਹਲ ਦੇ ਕਿਸੇ ਪੈਰੋਕਾਰ ਨੂੰ ਵੀ ਨਹੀਂ ਸੁਝੀ ਹੋਣੀ ਜਿਹੜੀ ਆਜ਼ਮ ਸੈਫੀ ਨੂੰ ਸੁਝ ਗਈ। ਉਹਨੇ ਆਖਿਆ ਕਿ ਮਾਜ਼ੱਲਾ ਉਹ ਜੀ ਜਿਹੜਾ ਤੋਹਫਾ ਆਇਆ ਸੀ ਨਾ, ਤੇ ਉਹ ਰਸੂਲੁल्लाह सल्लल्लाहु अलैहि वसल्लम ਨੇ ਮਨਾ ਕਰ ਦਿੱਤਾ, ਤੇ ਉਹਨਾਂ ਆਖਿਆ ਤੈਨੂੰ ਨਹੀਂ ਪਤਾ ਕਿ ਹਰਾਮ ਹੈ, ਹਰਾਮ ਕਰਾਰ ਦੇ ਦਿੱਤੀ ਗਈ ਹੈ। ਉਹਨੇ ਆਖਿਆ ਲੋ ਜੀ ਇੱਥੋਂ ਸਾਬਤ ਹੋਇਆ ਕਿ ਮਾਜ਼ੱਲਾ ਪੈਗੰਬਰੇ ਇਸਲਾਮ ਇਹ ਪੀਂਦੇ ਸਨ। ਇन्ना लिल्लाहि व इन्ना इलैहि राजिऊन। ਮਰਜ਼ਈਆਂ ਦੇ ਮਰਜ਼ਈ ਤੇ ਜੋ ਮਰਜ਼ੀ ਕਰ ਲੈਣ। ਮੁਹੰਮਦ ਸੈਨ ਸਾਹਿਬ ਕੀ ਕਰਦੇ ਹੋ ਤੁਹਾਨੂੰ ਕਿਹਾ ਪੈਗੰਬਰ ਮੁਰੱਬੀ ਲਿਆਓ। ਇਹ ਫੇਸ ਸੇਵਿੰਗ ਬੜੀ ਜ਼ਰੂਰੀ ਹੋ ਗਈ ਹੈ, ਵਰਨਾ ਇਹ ਲੋਂਡਿਆਂ ਲਪਾੜਿਆਂ ਨੇ ਨਾ, ਮਰਜ਼ਈਆਂ ਦੇ ਲੋਂਡਿਆਂ ਲਪਾੜਿਆਂ ਨੇ, ਇਹਨਾਂ ਨੇ ਲਿਬਾਦਾ ਉਤਾਰ ਦਿੱਤੇ ਆ ਜੇ ਤੁਹਾਡਾ, ਇਹਨਾਂ ਤੁਹਾਨੂੰ ਖੋਲ ਕੇ ਸਾਹਮਣੇ ਰੱਖ ਦਿੱਤੇ ਆਵੇ ਕਿ ਇਹੀ ਇਲਹਾਦ ਹੈ। ਇਲਹਾਦ ਕਿੱਥੋਂ ਨਿਕਲਿਆ? ਮਰਜ਼ਈਅਤ ਵਿੱਚੋਂ। ਸ਼ਾਤਮੀਅਤ ਕਿੱਥੋਂ ਨਿਕਲੀ ਹੈ? ਮਰਜ਼ਈਅਤ ਵਿੱਚੋਂ। ਮਰਜ਼ਈਅਤ ਜਿਹੜੀ ਹੈ ਇਹ ਇਲਹਾਦ ਦੀ, ਸ਼ਾਤਮੀਅਤ ਦੀ ਮਾਂ ਹੈ। ਇਹ ਬੱਚੇ ਨੇ ਇਹਦੇ, ਇਲਹਾਦ ਔਰ ਸ਼ਾਤਮੀਅਤ ਇਹ ਮਰਜ਼ਈਅਤ ਦੇ ਬੱਚੇ ਨੇ। ਤੇ ਇਹ ਜਨਾਬ ਉਹ ਲਬਾਦਾ ਉਤਰ ਗਏ ਹੈ ਤੇ ਇਹ ਹਕੀਕਤ ਅਸ਼ਕਾਰ ਹੋ ਗਈ ਹੈ। ਤੇ ਆਪਣੇ ਮੁਰੱਬੀਆਂ ਨੂੰ ਲਿਆਓ ਮੈਦਾਨ ਵਿੱਚ। ਉਹ ਜਿਹੜੇ ਐਮਟੀਏ ਤੇ ਬਹਿ ਕੇ ਤੇ ਉਹ ਆਮਨ ਨਜ਼ੀਰ ਸਾਹਿਬ ਗਏ, ਉਹਨਾਂ ਨੇ ਸਵਾਲ ਰੱਖਿਆ ਉਹ ਤਜ਼ਕਰਾ ਅਲ ਇਲਹਾਮ ਦਾ। ਅੱਗੇ ਜਵਾਬ ਹੈ ਮਿਲਿਆ, ਜਾਓ ਕੰਮ ਕਰੋ ਜਾ ਕੇ। ਉਹੀ ਜਿਹੜਾ ਮਿਰਜ਼ਾ ਸਾਹਿਬ ਨੇ ਸਟੇਸ਼ਨ ਤੇ ਨਹੀਂ ਸੀ ਜਵਾਬ ਦਿੱਤਾ, ਉਹਨੇ ਕਿਹਾ ਜਾਓ ਜੀ ਹਮ ਐਸੇ पर्दे के कायल नहीं। अमन नजीर साहब ने आख्या जाओ जी हमारी तज़किरा हमारा इल्हाम, ਤੁਸੀਂ ਜਾਓ ਬਾਹਰ, ਤੁਸੀਂ ਕੋਲ ਆਂਦੇ ਹੋ ਸਾਨੂੰ ਕਹਿਣ ਵਾਲੇ ਕਿ ਜੀ ਉਹ ਮਿਰਜ਼ਾ ਸਾਹਿਬ ਦੀ ਰਵਾਇਤ ਹੈ ਤੇ ਮਿਰਜ਼ਾ ਸਾਹਿਬ ਦੀ ਉਹ ਦਰਾਇਤ ਵੀ ਮਿਰਜ਼ਾ ਸਾਹਿਬ ਦੀ ਹੈ ਤੇ ਰਵਾਇਤ ਵੀ ਮਿਰਜ਼ਾ ਸਾਹਿਬ ਦੀ ਹੈ, ਤੇ ਉਹ ਤੁਸੀਂ ਵਾਪਸ ਪਾਓ ਉਹਨੂੰ। ਉਹ ਆਂਦੇ ਨੇ ਸਾਡੀ ਤਜ਼ਕਿਰਾ ਅਸੀਂ ਪਾਈਏ ਨਾ ਪਾਈਏ, ਜਾਓ ਜਾ ਕੇ ਆਪਣਾ ਕੰਮ ਕਰੋ। ਉਹਨਾਂ ਦੀ ਮਰਜ਼ੀ, ਅਮੀਰ ਉਹਨਾਂ ਦੀ ਮਰਜ਼ੀ। ਹਾਂ ਇਹ ਤਾਂ ਤੁਹਾਡੇ ਹਾਲਾਤ ਬਣੇ ਨੇ। ਜਿਹੜੇ ਵੇਲੇ ਪੁੱਛੋ ਤਾਂ ਆਂਦੇ ਨੇ ਸਾਡੀ ਮਰਜ਼ੀ, ਅਸੀਂ ਪਾਈਏ ਖਿਲਾਫ ਪਾਈਏ। ਹਾਂ ਉਹ ਮੈਂ ਪੂਰੀ ਗੁਫ਼ਤਗੂ ਸੁਣੀ। ਆਮਨ ਨਜ਼ੀਰ ਸਾਹਿਬ ਗਏ ਇਹਨਾਂ ਦੇ ਟੀਵੀ ਚੈਨਲ ਤੇ,
ਇਹਨਾਂ ਜਾ ਕੇ ਉਹ ਸਵਾਲ ਕੀਤੇ ਬੜੇ ਫਸਟ ਕਲਾਸ ਸਵਾਲ ਸਨ। ਉਹਨਾਂ ਆਖਿਆ ਜੀ ਇਹ ਤਜ਼ਕਰਾ ਦਾ ਇੱਕ ਇਲਹਾਮ ਹੈ ਤੇ ਇਹ ਕੱਢ ਦਿੱਤਾ ਤੁਸੀਂ ਪਹਿਲੇ ਮੌਜੂਦ ਸੀ। ਉਹਨਾਂ ਆਖਿਆ ਜੀ ਉਹ ਇਹਦੀ ਰਵਾਇਤ ਤੇ ਦੁਰਾਇਤ ਦਰੁਸਤ ਨਹੀਂ। ਉਹ ਆਮਰ ਭਾਈ ਨੇ ਆਖਿਆ ਯਾਰ ਰਵਾਇਤ ਤੇ ਦੁਰਾਇਤ ਤੇ ਮਿਰਜ਼ਾ ਸਾਹਿਬ ਦੀ ਆਪਣੀ ਹੈ। ਇਹ ਵੇਖੋ ਤੁਹਾਡੀ ਇਹ ਜਿਹੜੀ ਰੂਹਾਨੀ ਖਜ਼ਾਨ ਉਹਦੇ ਅੰਦਰ ਇਹ ਗੱਲ ਮੌਜੂਦ ਹੈ। ਸਵਾਲ ਨੰਬਰ 6 ਮੌਜੂਦ ਹੈ, ਉਹਦੇ ਵਿੱਚ ਇਹ ਤਜ਼ਕਰਾ ਹੋਇਆ। ਇਹਦਾ ਸਵਾਲ ਪੁੱਛਿਆ ਗਿਆ ਕਿ ਤੁਸੀਂ ਅਬਦੁਲ ਹਕੀਮ ਨੂੰ ਇਹ ਕਿਹਾ ਸੀ ਤੇ ਹੁਣ ਤੁਸੀਂ ਇਹ ਕਹਿ ਰਹੇ ਹੋ ਤੇ ਇਹ ਕੀ ਰੋਲ ਹੈ। ਤੇ ਉਹ ਫਿਰ ਜਨਾਬ टीवी वाले आख्या उन्होंने आख्या हाँ 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 अगर मिर्जा साहब ने कहा है तो फिर बिल्कुल ठीक है, फिर ये बात बिल्कुल ठीक है, हम मानते हैं। तो अमर भाई आख्या फिर वो लहाम पाओ वापस तज़करा दे विच। ते अगों जवाब उन्होंने दिता, उन्होंने आख्या जाओ जाके काम करो अपना, साडी तज़करा है, साडा इल्हाम है, असीं पाइए ना पाइए। यार कमाल कर छड़ी यार। मोहम्मद हुसैन साहब चलो ठीक है, शुक्रिया तुसीं कर दित्ता ते ਇਹ ਜਿਹੜੀ ਮੈਂ ਗੱਲ ਕੀਤੀ ਹੈ ਵੀ ਤੁਸੀਂ ਸੁਣ ਲਈ ਹੋਣੀ ਹੈ ਤੇ ਲਿਆਓ ਆਪਣੇ ਮੁਰੱਬੀਆਂ ਨੂੰ। ਲੀਮ ਸਾਹਿਬ ਤੁਸੀਂ ਆਪਣੀ ਆਈਡੀ ਦਵਾਇਆ ਕਰੋ, ਸੋਹਣੇ ਲੱਗਦੇ ਹੋ ਤੁਸੀਂ, ਮੁਹੰਮਦ ਸਾਹਿਬ ਦੀ ਆਈਡੀ ਦਵਾਇਆ ਕਰੋ। ਅੱਛਾ ਮੈਂ ਯਾਰ ਕੋਈ ਗੱਲ ਕਰਾਂਗਾ ਤੇ ਆਪਣਾ ਮੁਹੰਮਦ ਹੁਸੈਨ ਸਾਹਿਬ ਗੁੱਸਾ ਬਿਲਕੁਲ ਨਾ ਕਰਿਆ ਜੇ, ਯਕੀਨ ਕਰੋ, ਲੇਕਿਨ ਅੱਛਾ ਨਹੀਂ ਲੱਗਦਾ। ਤੁਸੀਂ ਆਪਣਾ ਨਾਮ ਅਲੀਮ ਅਹਿਮਦ ਰੱਖਿਆ ਸੀ ਤੇ ਪਤਾ ਨਹੀਂ ਹੁਣ ਤੁਹਾਡੀ ਨੀਅਤ ਕੀ ਹੈ ਕੀ ਨਹੀਂ, ਕਿਉਂਕਿ ਦਿਲਾਂ ਦੇ ਰਾਜ਼ ਤੇ ਅੱਲਾ ਹੀ ਬਿਹਤਰ ਜਾਣਦਾ ਹੈ। ਨਹੀਂ ਉਹਨਾਂ ਨੇ ਹਾਂ ਮੇਰਾ ਉਹਨਾਂ ਨੇ ਮੀਰ ਸਾਹਿਬ ਕੁਝ ਵੀਡੀਓ ਜਿਹੜੀਆਂ ਨੇ ਚਾੜੀਆਂ ਅਪਲੋਡ ਕੀਤੀਆਂ ਨਾ, ਮੇਰਾ ਉੱਥੋਂ ਉਹਨਾਂ ਨੇ ਇਲਾਜ ਅੱਛਾ ਸੁਣ ਤੇ ਲਵੋ ਨਾ, ਤੁਸੀਂ ਸ਼ਾਇਦ ਇਸ ਵਾਸਤੇ ਚੇਂਜ ਕੀਤਾ ਵੇ ਕਿ ਉਹ ਅਲੀਮ ਅਹਿਮਦ ਨੂੰ ਗਾਲਾਂ ਨਾ ਪੈਣ, ਕਿਉਂਕਿ ਜ਼ਾਹਿਰ ਤੁਹਾਨੂੰ ਗਾਲਾਂ ਪੈ ਰਹੀਆਂ ਸਨ ਮਰਜ਼ਈਆਂ ਕੋਲੋਂ ਵੀ, ਤੇ ਤੁਸੀਂ ਜਿਹੜਾ ਬੜਾ ਪਿਆਰਾ ਨਾਮ ਰੱਖਿਆ ਨਾ ਮੁਹੰਮਦ ਹੁਸੈਨ, ਤੇ ਅਗਰ ਤੇ ਤੁਸੀਂ ਹੁਣ ਨੀਅਤ ਤੁਹਾਡੀ ਕੀ ਹੈ ਮੈਨੂੰ ਨਹੀਂ ਪਤਾ, ਲੇਕਿਨ ਤੁਸੀਂ ਅਗਰ ਇਸ ਵਾਸਤੇ ਇਹ ਚੇਂਜ ਕੀਤਾ ਨਾ ਕਿ ਗਾਲਾਂ ਜਿਹੜੀਆਂ ਨੇ ਉਹ ਅਲੀਮ ਅਹਿਮਦ ਨੂੰ ਨਾ ਪੈਣ ਤੇ ਇਹ ਨਾ ਚੇਂਜ ਕਰ ਲਈਏ ਤੇ ਤੁਸੀਂ ਦੇਖੋ ਨਾ, ਇਹ ਵੀ ਫਿਰ ਤੁਹਾਡਾ ਬੁਗਜ਼ ਅੰਦਰੋਂ ਛਲਕਦਾ ਪਿਆ ਕਿ ਬਈ ਅਗਰ ਕੋਈ ਗਾਲਾਂ ਕੱਢੇ ਤੇ ਇਸ ਨਾਂ ਨੂੰ ਕੱਢੇ, ਮੁਹੰਮਦ ਤੇ ਹੁਸੈਨ। अब मैंने ये नाम रख लिया, अब उन्होंने नाम होना ਜਿਹੜਾ ਮੁਹੰਮਦ ਹੁਸੈਨ ਜੀ। ਤੇ ਇਹ ਜ਼ਿਆਦਤੀ ਕੀਤੀ ਹੈ ਨਾ ਤੁਸੀਂ, ਹੁਣ ਤੁਹਾਡੀ ਨੀਅਤ ਦਾ ਮੈਨੂੰ ਨਹੀਂ ਪਤਾ, ਲੇਕਿਨ ਦੇਖੋ ਇਹ ਤਾਸਰ ਬਹੁਤ ਗਲਤ ਆ ਰਿਹਾ ਕਿ ਤੁਸੀਂ ਅਗਰ ਇਸ ਨੀਅਤ ਤੇ ਚੇਂਜ ਕੀਤਾ ਹੈ ਕਿ ਮੇਰੇ ਉਸ ਨਾਂ ਨੂੰ ਗਾਲਾਂ ਪੈ ਰਹੀਆਂ ਸਨ ਕਿ ਚਲੋ ਮੈਂ ਨਾਂ ਚੇਂਜ ਕਰ ਲੈਣਾ, ਤੇ ਹੁਣ ਤੁਸੀਂ ਫਿਰ ਕਿਹਨੂੰ ਗਾਲਾਂ ਪਵਾ ਰਹੇ ਹੋ। ਤੇ ਇਹ ਤੋਬਾ ਕਰ ਲਵੋ, ਤੋਬਾ ਤਾਇਬ ਹੋ ਜਾਵੋ ਤੇ ਸੁਧਰ ਜਾਓ, ਨਾ ਕਰੋ ਇਹੋ ਜਿਹੇ ਕੰਮ। ਮਰਜ਼ਈ ਕੱਢ ਸਕਦੇ ਨੇ ਮੁਹੰਮਦ ਹੁਸੈਨ ਸਾਹਿਬ, ਮਰਜ਼ਈ ਕੱਢ ਸਕਦੇ ਨੇ। ਮਰਜ਼ਈਆਂ ਦੀ ਹਿੰਮਤ ਇੰਨੀ ਕੁ ਵੱਧੀ है कि सुबह ਤੁਸੀਂ अकबर अली ਦੀ ਸੁਣੋ ਨਾ, तो मिर्जा साहब के नाम पे रखते हैं ना, मिर्जा हाँ। गुलाम अहमद, ਮਿਰਜ਼ਾ ਗੁਲਾਮ ਅਹਿਮਦ ਰੱਖੋ ਨਾ, ਫੇਰ ਨਹੀਂ वो ਕੱਢਣਗੇ। नाम खूबसूरत नहीं है। ਨਾ ਮਿਰਜ਼ਾ ਗੁਲਾਮ ਅਹਿਮਦ ਰੱਖੋ, ਫੇਰ ਮਰਜ਼ਈਆਂ ਦੀ ਹਿੰਮਤ ਨਹੀਂ ਪਵੇਗੀ ਗਾਲ ਕੱਢਣ ਦੀ। ਇਹਨੂੰ ਤੇ ਉਹਨਾਂ ਭੱਜ ਪੈਣਾ ਹੈ, ਜਿਵੇਂ ਗਲੀ ਚੋਂ ਲੰਘਣ ਵਾਲੇ ਨੂੰ ਕੁੱਤਾ ਪੈ ਜਾਂਦਾ ਨਾ, ਮਰਜ਼ਈਆਂ ਨੇ ਉਂਝ ਪੈਣਾ ਇਸ ਨਾਂ ਨੂੰ। ਹਾਂ ਮਿਰਜ਼ਾ ਕਾਦੀਆਨੀ ਰੱਖ ਲਓ ਨਾ, ਤੇ ਫੇਰ ਤੁਹਾਡੀ ਫੇਸ ਸੇਵਿੰਗ ਹੋ ਜਾਏਗੀ ਸ਼ਾਇਦ। ਜੀ ਜੀ ਆਪਣਾ ਯੂਸੁਫ ਭਾਈ ਆ ਗਏ ਹੋ? जी सर जी। ਕਰੋ ਨਾ ਅੱਗੇ, ਮੇਰੀ ਗੱਲ ਨੂੰ ਤੋਰੋ ਜ਼ਰਾ। अच्छा मैं ਤੁਹਾਡੀ ਗੱਲ ਸੁਣੀ ਨਹੀਂ ਆਖਰੀ ਤੇ ਕੀ ਕਹਿ ਰਹੇ ਸੋ, ਲੇਕਿਨ ਹੈ ਕਿ ਮੈਂ ਕਹਿ ਰਿਹਾ ਸੀ ਮੈਂ ਉਸ ਕੀ ਵਕਤ ਕਹਿ ਰਿਹਾ ਸੀ ਜੀ ਗੱਲ ਮੈਂ ਕਰ ਰਿਹਾ ਸਾਂ ਕਿ ਅਲੀ ਮਹਿਮਦ ਸਾਹਿਬ ਨੇ ਆਪਣਾ ਨਾਮ ਕਰ ਲਿਆ ਚੇਂਜ, ਤੇ ਨਾ ਚੇਂਜ ਕੀਤਾ ਉਹਨਾਂ ਨੇ ਇਸ ਨੀਅਤ ਤੇ ਮੇਰੇ ਉਸ ਨਾਮ ਨੂੰ ਗਾਲਾਂ ਨਾ ਪੈਣ, ਤੇ ਇਹ ਜਿਹੜਾ ਨਾਂ ਰੱਖਿਆ ਕਹਿ ਰਹੇ ਨੇ ਯਾਰ ਨਾਲ ਕਿਸੇ ਦੀ ਹਿੰਮਤ ਨਹੀਂ ਗਾਲਾਂ ਕੱਢਣ ਦੀ। ਮੈਂ ਉਹਨਾਂ ਨੂੰ ਕਹਿ ਰਿਹਾ ਚਲੋ ਚਲੋ ਸਾਡਾ ਤੇ ਇੰਜ ਪੈਣਗੇ ਜਿਵੇਂ ਗਲੀ ਛੱਡ ਦੇ ਬੰਦੇ ਨੂੰ ਕੁੱਤਾ ਪੈ ਜਾਂਦਾ। ਸਾਡਾ ਤੇ ਨਾ ਉਹ ਮਿਊਟ ਇੱਕ ਬੰਦਾ ਮਿਊਟ ਕਰ ਲਓ, ਆਵਾਜ਼ ਡਬਲ ਹੁੰਦੀ ਹੈ। ਡਬਲ ਆ ਰਹੀ ਹੈ ਨਾ, ਸਹੀ ਆ ਰਹੀ ਹੈ ਨਾ ਆਵਾਜ਼ ਡਬਲ। ਤੇ ਨਾ ਹੀ ਸਾਡਾ ਅਲੀਮ ਸਾਹਿਬ ਨਾਲ ਕੋਈ ਇਖਤਲਾਫ ਹੈ, ਨਾ ਹੀ ਮੁਹੰਮਦ ਹੁਸੈਨ ਸਾਹਿਬ ਨਾਲ। ਗੱਲ ਇਹ ਵੇ ਕਿ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਸਾਹਿਬ ਨੇ ਜਿਹੜੀ ਤਾਲੀਮ ਪੇਸ਼ ਕੀਤੀ ਹੈ, ਰਾਤੀ ਜਿਹੜਾ ਫੁਰਕਾਨ ਜਿਹੜੀ ਗੱਲ ਕਰ ਰਿਹਾ ਸੀ ਨਾ, ਉਹ ਹੂ ਬਹੂ ਹੋਈ, ਜਾਂ ਸਵੇਰੇ ਜਿਹੜੀ ਅਲੀ ਅਕਬਰ ਜਿਹੜੀ ਗੱਲ ਕਰਕੇ ਗਿਆ ਉਹੀ ਗੱਲ ਕਰਕੇ ਗਿਆ। ਕਿ ਮਿਰਜ਼ਾ ਸਾਹਿਬ ਨੇ ਆਪਣੇ ਆਪ ਨੂੰ ਆਪਣੇ ਸ਼ੋਲਡਰ ਉੱਚੇ ਕਰਨ ਵਾਸਤੇ ਜਾਂ ਆਪਣਾ ਕੱਦ ਉੱਚਾ ਕਰਨ ਵਾਸਤੇ ਅੰਬੀਆ ਦਾ ਕੱਦ ਨਾਊਜ਼ ਬਿਲਾ ਨਕਲ ਕੁਫਰ ਨਬਾਸ਼ਤ ਛੋਟਾ ਕਰਨ ਦੀ ਕੋਸ਼ਿਸ਼ ਕੀਤੀ। ਔਰ ਮਿਰਜ਼ਾ ਸਾਹਿਬ ਦੇ ਮੰਨਣ ਵਾਲੇ ਇਸ ਚੀਜ਼ ਨੂੰ ਮੰਨਦੇ ਵੀ ਨੇ, ਉਹ ਕਹਿੰਦੇ ਨੇ ਹਾਂਜੀ ਮਿਰਜ਼ਾ ਸਾਹਿਬ ਨੂੰ ਅਸੀਂ ਆਲੋ ਹਰਫ ਮੰਨਦੇ ਤਮਾਮ ਅੰਬੀਆ ਤੋਂ। ਨਬੀ ਪਾਕ ਅਲੈਹਿ ਸਲਾਤੁ ਵਸਲਾਮ ਨੂੰ ਉਹ ਨਹੀਂ ਕਹਿੰਦੇ, ਕਿਉਂ ਕਿ ਉਹ ਪਤਾ ਹੈ ਕਿ ਜੇ ਇੱਥੇ ਕਵਾਂਗੇ ਤੇ ਫਿਰ ਤੇ ਸਾਡੀ ਗੱਲ ਨਹੀਂ। ਲੇਕਿਨ ਗੱਲਾਂ ਦੇ ਵਿੱਚ ਪੂਰੀ ਉਹੀ ਗੱਲ ਕਰਦੇ ਨੇ
کہ نبی پاک علیہ الصلوۃ والسلام نے اعلیٰ عرفہ ثابت کرنے کی کوشش کرتے ہیں سارے. سوری کال آ گئی تے میں عرض کر رہا کہ نبی پاک علیہ الصلوۃ والسلام کی ذات نو یا ہن ایک ہی رہ گیا موضوع کہ اگر اپنی گل تسی نہیں منوا سکتے تو پھر اگلے بندے دی گل نو نیما کرنے دی کوشش کرو. تے مرزائیاں دے کول ہور کوئی ہتھیار نہیں ہے ہمارے سوائے اس تے. اگر کسی بندے نے گل کرنی ہے یا کسی بندے نے گل کرنی آندی ہے تے آئے کرے نا مرزا صاحب دی تعلیمات پیش کرے. تسی تے تعلیم یہی پیش کر رہے ہو کہ مرزا صاحب جڑا اسلام لے کے آئے نے وہی سچا اسلام ہے تے مرزا صاحب تو بغیر جڑا اسلام پیش کرنا وہ مردہ اسلام ہے. مرزا صاحب نے خود کیا ہے تے پھر وہ اسلام پیش کرو نا. وہ اسلام مرزا صاحب دی کتاباں 'چ لکھے ہے نا, وہ کتے باہر تے نہیں لکھے ہے. اگر قرآن و حدیث سے گل کرنی ہے, قرآن و حدیث تے مسلمان پڑھتے ہیں, مسلمانوں دا ایمان اعتقاد ہے بھی ہوتے. مسلمانوں کو قرآن اور حدیث سمجھتے بھی نہیں. تے جڑا اسلام تسی جنوں کہہ رہے ہو کہ اے اسلام ہے, اے لے کے آنے مرزا صاحب دے بقول مرزا صاحب دے میرے بغیر مردہ اسلام پیش کر دو, تو پھر انہوں آ کے پیش کرو. وہ طریقہ یہی ہے جڑا کہ وہ سفیان یا فرقان جو بھی نام بدلتا رہتا وہ انہیں جڑا پیش کیتا سی وہی ہے. نبی پاک علیہ الصلوۃ والسلام تے جڑا الزام اور بہتان لگا رہے سی وہ اپنے کولوں نہیں, مرزا صاحب نے سکھایا ہے. علی اکبر جڑی گل کر رہے سی وہی گل کر رہے سی جو کہ مرزا صاحب دی تعلیم ہے. مرزا صاحب نے یہی سکھایا کہ جدو تسی اپنی گل نہ منوا سکو تو پھر دیگر انبیاء دے اوتے الزام تے بہتان لانا شروع کر. اپنا رحیل بھائی موجود ہو؟ جی عامر بھائی, ان سے بولیں کیا ہو گیا آپ کو؟ آواز ہلکی آ رہی ہے. براڈ آپ کی چمک رہی ہے, براڈ کے 57,000 ہیں, آواز آپ کی پست ہے. ایک منٹ ذرا سیٹنگ چیک کر لوں. مائک کا کوئی مسئلہ ہے؟ بالکل آواز تھوڑی آ رہی ہے, نہ ہونے کے برابر آ رہی ہے. اب آ رہی ہے. اظہارہ ہوا ہے پہلے سے کچھ بہتری, لیکن آواز نہیں آ رہی ہے آپ کی, تھوڑا اونچا بولیں. اب آ رہی ہے. نہیں ٹھنڈی مٹی آ رہی ہے. مائک کا کوئی مسئلہ ہے. کمپیوٹر پہ ہیں موبائل پہ ہیں؟ کمپیوٹر پہ. اس لیے نہیں آ رہی. اچھا بات سنیں, کمپیوٹر پہ ہیں تو ان پیج پہ ایک پوسٹر تیار کریں, لکھیں مرزائیوں کو چیلنج ہے کہ وہ پیغمبر اسلام کے کردار پر بات کرنا چاہیں تو آئیں ہماری براڈ پر. جو اعتراض ان کا ہے نبی علیہ الصلوۃ والسلام کی معصوم ذات پر, ان کے کردار پر, ہم ان کے ہر اس اعتراض کا جواب دیں گے جو فتح مسیح نے ان کو لکھ کر دیا ہے یا خود ان کے دل میں شیطان نے ڈالا ہے. نبی پاک کی ذات پر, نبی پاک کے کردار پر بات ہوگی. مرزائیوں سے چیلنج ہے, مرزائیوں کو, سارے مرزائی آئیں. نبوت, کردار نبوت, وہ کہتا ہے نا کردار نبوت پہ بات کرنی, تو اس کو کہیں بلائیں بھائی آ جائیں. جس طرح علی اکبر سویرے کر کے گیا ہے, اٹھا بنا کے گیا ہے, اب کوئی اور مرزائی آئے کردار نبوت پہ بات کرے, نبی علیہ الصلوۃ والسلام کی معصوم ذات پر بات کرے, ہم تیار ہیں اس کے ہر اعتراض کا جواب دینے کے لیے, ہر اس کے اعتراض کا, ہر جرم کا جو وہ نبی پاک کی ذات پر بول کر کرنا چاہتا ہے. لگائیں یہاں پہ پوسٹر تاکہ 2 منٹ دے میں لگاتا ہوں. السلام علیکم استاد محترم. وعلیکم السلام ورحمۃ اللہ. میں بڑا بزی, جلدی کر میں تھوڑا اترنے لگوں. سلام ہی کرنا سے استاد محترم. میں کہا کہ گل بات کرنی اے پوسٹر لاؤ کہ نبی پاک دے کردار تے گل ہوئے گی. اور مولانا ثناء اللہ امرتسری نے ہندوؤں نوں بھی یہی آکھیا سی جدوں مناظرہ ہون لگا نا کہ نبی پاک کا لایا ہوا کلام قرآن وہ الہامی کتاب ہے, اللہ کا کلام ہے, یا ہندوؤں کا وید جو وید والی کتاب ہے وہ اللہ کا کلام ہے. تو مولانا ثناء اللہ امرتسری نے کہا تھا کہ بھائی کلام کو کیا چیک کرنا ہے, کلام لانے والے کو چیک کر لیتے ہیں. اگر ہم نے ثابت کر دیا کہ نبی علیہ السلام معصوم ہیں, آئیڈیل شخصیت ہیں, نمونہ ہے پوری نسل انسانی کے لیے, تو کلام بھی ان کا پاک ہے. اگر وہ سچے ہیں تو ان کا کلام بھی سچا ہے. لیکن آپ وہ پیش کرنا ذات جس نے آپ کو وید لا کے دیا ہوا ہے, آپ اس کو پیش کرنا, ہم اسے پیش کریں گے جو قرآن لے کر آیا ہے. تو ذات پر ہی بات کریں. اگر ذات سچی ثابت ہو گئی تو جھگڑا ہی ختم ہو گیا, پھر اس کی ضرورت ہی نہیں ہے, کلام پر جھگڑا کرنے کی ضرورت ہی نہیں ہے. تو بھائی ہم تو
आज से 100 साल पहले भी खुद लोगों को चैलेंज करते थे आप जैसों को कि पैगंबर इस्लाम की ज़ात पर बात करें, आए। आज भी वही चैलेंज है, करनी है बात। मैं आया भी एक मिनट बाद। और ये असूल नबी पाक अलैहिस्सलाम ने सिखाया, ये असूल कि जब साहबी रसूल ने आकर कहा ना या रसूलुल्लाह सल्लल्लाहु अलैहि वसल्लम कि रात को जो है ना वो चोर फिर आया था जो साहबी रसूल माल की हिफाजत पर थे, तो आपको अर्ज किया कि या रसूलुल्लाह उसने मुझे कहा है कि आयतुल कुर्सी पढ़ ली जाए तो वहाँ पे शैतान आयल नहीं होता। तो नबी पाक अलैहिस्सलाम ने उस के किरदार पर, उसके कलाम पर नहीं, आपने फरमाया कलाम ठीक है लेकिन इसका किरदार ठीक नहीं है, इस पर एतबार ना करना। तो तरीका हमें नबी पाक अलैहिस्सलाम ने सहाबा किराम ने सिखाया कि अगर आपने किसी बंदे को सच्चा या झूठा साबित करना, उसके किरदार पर बात करो। कलाम तो ऑटोमेटिकली साबित हो जाएगा सच्चा या झूठा है, उसके किरदार पर बात करो। अगर बात कर सकते हो तो मिर्जा गुलाम अहमद कादियानी के किरदार पर बात करो। अच्छा बना दोनों का पूरा, हाँ जी, पूरा मौका देते हैं, पूरा मौका देते हैं गालियां निकलवाने का। बिल्कुल सही कह रहे हैं सोनी साहब। राजा साहब आ होते। अच्छा रहील भाई, एक थोड़ी सी प्रॉब्लम हो रही है शायद कि मैं नीचे अस्सलाम कॉल, वालेकुम। वालेकुम सलाम, और कॉल नीचे में सर मोहम्मद सहन साहब कह रहे हैं कि होस्ट ने नात पढ़ने पर नीचे उतार देता। हाँ जी बिल्कुल जी, नीचे उतार दिया है क्योंकि कोई मरज़ई का हक नहीं बनता कि वो नात पढ़ के सुनाए। तो वो मरज़ई की आवाज में हमें ना सुनाना चाहते थे, तो हम तो यहाँ पे मौजू ही यही लेके बैठे हुए हैं कि मरज़इयत का लिबादा जो उतर चुका है, मरज़इयत को इन लोंडे लपाड़ों ने बिल्कुल नंगा कर दिया है और उन्होंने दिखा दिया है कि मरज़इयत के अंदर सिर्फ और सिर्फ शातिमियत छुपी हुई है और 150 साल से ये लिबादा ऊपर नहीं ओढ़ने की कोशिश में है, वो उतर चुके हैं। नहीं आज भी अली अकबर ने वो आगे उतारा है। कोई मर्ज़ई डिबेट करना चाहे तो वो उसको तो पूरा मौका मिलेगा ना। हाँ तो इसी मौजू पे कर लें ना, वो मुनाजरा इसी मौजू पे कर लें। हाँ इनको यही जो भी इतराज है, यही तो हम अभी पोस्टर ये लगा रहे हैं यहाँ पे कि जिस भी मरज़ई को मोहम्मद रसूलुल्लाह सल्लल्लाहु अलैहि वसल्लम की मासूम ज़ात पे जो भी इतराज है वो लेके आए, चाहे वो इतराज फतेह मसीह का हो, वहां से उसने लिया हो, राजपाल से लिया हो, किसी से भी लिया हो, वो इतराज लेके आए अपना, और हम उसका जवाब यहाँ पे देने के लिए बैठे हुए हैं। मोहम्मद सल्लल्लाहु अलैहि वसल्लम की ज़ात पे जो भी इतराज है मरज़इयों का, इनके जो भी इश्कालात हैं, लाए, वो अली अकबर लेके गया ना जवाब। अब ये सारे मरज़ई जो है अपने अपने बिलों में जाके बैठे हुए हैं। हम तो वो यहाँ पे सोच रहे थे कि शायद आज बराडे लगेंगी, अली अकबर के मतलब के हक में शादियाने बजेंगे, ढोल धमके होंगे, धमाले डाली जाएंगी, उसको बड़ी शाबाशी दी जाएगी कि बड़ा उसने कारनामा अंजाम दिया है, लेकिन हर तरफ खामोशी है, हैरत है। वो वापस भी जी नहीं आया। नहीं आया, अच्छा नहीं आया, ठीक। ये है वो बात। अब आप बताएं जी, सही किया हमने गलत किया? सही बात। नहीं, आप कह रहे थे ना हम मोहम्मद हुसैन साहब के साथ खड़े हैं, मैं लावा फिर तो हम चले। नहीं नहीं, अगर वो ज्यादती डिबेट ही ज्यादती होवे तो मैं क्या नहीं होया एक गल है ना, नात नहीं पढ़न देती, नात ਤੁਹਾਨੂੰ नात नहीं पढ़न नहीं देगी। ਨਾ ਤਾਂ ਮੈਂ ਤਾਂ ਹੁਣ ਮੈਨੂੰ ਤਾਂ ਪਤਾ ਹੀ ਨਹੀਂ ਕਿਸੇ ਗੱਲ। ਮੈਂ ਕਿਹਾ ਅਗਰ ਡਿਬੇਟ ਵਿੱਚ ਤੁਹਾਡੇ ਨਾਲ ਜ਼ਿਆਦਤੀ ਹੋਇਆ ਤਾਂ ਤੁਹਾਡੇ ਨਾਲ ਅਸੀਂ ਖੜੇ ਆ। बिल्कुल ठीक है, बिल्कुल ठीक है। ਇਹ ਕਿ ਮਲਕ ਕੈਸਰ ਸਾਹਿਬ ਮੇਰੇ ਨਾਲ ਨਾ ਕਰੋ ਕਿ ਮੈਂ ਮਰਜ਼ੀਆਂ ਨਾਲ ਖੜਾ। ਉਹ ਖੁਦਾ ਦਿਓ ਬੰਦਿਓ, ਉਹ ਮੀਆਂ ਅਬੂ ਬਕਰ ਮੀਰ ਕਿਤੇ ਦੁਸ਼ਮਣੀ ਉਧਰ ਖਤਮ ਕਰ ਲਵੀਂ। हाँ, हमें रसूलुल्लाह की हर सुन्नत और हर हदीस पर फख्र है। हदीस पर ओ फख्र हमें ना आखो मुझे फख्र है। हमें जिते फुरकान भी आमदा है, हमें ਵਿੱਚ ਅਲੀ ਅਕਬਰ ਵੀ ਆਮਦਾ ਹੈ, ਹमें ਤੇ ਜੱਟ ਵਿੱਚ ਮੱਟ ਵਿੱਚ ਪੱਟ ਵਿੱਚ ਸਾਰੇ ਉਹ ਆਮਦੇ ਨੇ। ਇਹ ਲੱਗੜ ਭਗੜ 1 1 2 2 ਤੇ ਇਮਰਾਨ ਕਾਲੂ ਵਗੈਰਾ
ਲਗੜ ਭਗੜ ਜੋ ਕੋ ਇਕੱਠਾ ਕੀਤਾ ਜਮਾਲ ਲੈ ਲਈ ਪਾਪੜਾ, ਇਹ ਹਮੇ ਵਿੱਚ ਤੋਂ ਵੀ ਆਉਂਦੇ ਨੇ ਨਾ। ਤੁਸੀਂ ਸਾਰਿਆਂ ਦੀ ਗਾਰੰਟੀ ਨਾ ਦਿਓ, ਤੁਸੀਂ ਆਪਣੀ ਗੱਲ ਕਰੋ। ਲੇਕਿਨ ਹਮੇ ਫਿਰ ਇਹ ਵੀ ਗੱਲ ਨਾਲ ਕਰੋ ਨਾ ਕਿ ਹਮੇ ਇਹ ਵੀ ਕਿਹਾ ਹੈ ਕਿ ਹਦੀਸ ਉਹ ਸਹੀ ਹੋਏਗੀ ਜਿਹੜੀ ਮੈਂ ਸਾਬਤ ਕਰਾਂਗਾ, ਜਿਹੜੀ ਮੇਰੇ ਮੂੰਹ ਚੋਂ ਬਿਆਨ ਹੋਏਗੀ, ਤੇ ਬਾਕੀਆਂ ਨੂੰ ਚੁੱਕ ਕੇ ਮੈਂ ਦੀਵਾਰ ਨਾਲ ਮਾਰਾਂਗਾ। ਉਹ ਉਧਰ ਵੀ ਜਾ ਕੇ ਗੱਲ ਕਰੋ, ਉਹਨੂੰ ਕਹੋ ਨਹੀਂ ਇਨਸਾਨ ਦਾ ਬੱਚਾ ਬਣ, ਤੇਰੀ ਔਕਾਤ ਨਹੀਂ ਹੈ रसूल अल्लाह सल्लल्लाहु अलैहि वसल्लम नहीं 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 नहीं, अपनी तस्दीक कर ले, बाकियों को दीवार पे नहीं, रद्दी की टोकरी में। रद्दी की टोकरी में, हाँ, नहीं तो मर्जियां भी इतराज कर देना जी। ਡਾਕਟਰ ਸਾਹਿਬ ਉਹਨੂੰ ਪਹਿਲੇ ਜਾ ਕੇ ਕਹਿ ਕੇ ਆਓ, ਉਹਨੂੰ ਕਹ ਲਾਂਤੀਆ ਹੈ ਬਕਵਾਸ ਕੀਤੀ ਤੂੰ ਚਵਲ ਮਾਰੀ ਹੈ रसूल अल्लाह सल्लल्लाहु अलैहि वसल्लम ਦੇ ਕਲਾਮ ਦੇ ਉੱਤੇ ਵਧਣ ਦੀ ਕੋਸ਼ਿਸ਼ ਕਰੀ, ਤੇਰੀ ਔਕਾਤ ਨਹੀਂ ਹੈ, ਤੇਰੀ ਹੈਸੀਅਤ ਨਹੀਂ ਹੈ। ਜੁਮਲਾ ਉਹਨੂੰ ਕਹਿ ਕੇ ਆ ਕੇ ਇੱਥੇ ਜੁਮਲਾ ਲਿਖੋ। ਔਰ ਜੇ ਤੁਹਾਨੂੰ ਨਹੀਂ ਪਤਾ ਮੈਂ ਕਿਹਦੀ ਗੱਲ ਕਰ ਰਿਹਾ, ਜਾ ਕੇ ਬਰਾਇਨਾ ਅਹਿਮਦੀਆ ਪੜ੍ਹ ਲਓ। जाज़े अहमदी एजाज़े अहमदी च लिखा है कि अगर दुनिया में हदीसों का वजूद ना भी होता तो भी हमारे दावे को कोई नुकसान नहीं था। हम तो सिर्फ वो हदीसें पेश करते हैं जो कुरान के ख़िलाफ़ नहीं और मेरी वही के ख़िलाफ़ नहीं। मेरी वही मेरे इल्हाम के ख़िलाफ़ नहीं। जो हदीस कुरान के ख़िलाफ़ हो या मेरी वही के ख़िलाफ़ हो, उसे तो हम रद्दी समझ के फेंक देते हैं। ਇਹ ਲਿਖਿਆ ਜੀ ਉਹਨਾਂ ਨੇ। ਇਹਦੇ ਬਾਰੇ ਕੀ ਖਿਆਲ ਹੈ ਵਾਟਰ ਸਾਹਿਬ? ਫਖਰ ਹੈ ਇਸ ਗੱਲ ਤੇ ਵੀ ਤੁਹਾਨੂੰ ਕਿ ਸ਼ਰਮਿੰਦਗੀ ਹੈ? ਅੱਧੀ ਗੱਲ ਤੇ ਫਖਰ ਕਰਦੇ ਹੋ, ਅੱਧੀ ਗੱਲ ਤੇ ਸ਼ਰਮਿੰਦਗੀ ਇਖਤਿਆਰ ਕਰ ਲੈਂਦੇ ਹੋ। हाँ जी, रसूलुल्लाह के किरदार पर बात करने की औकात नहीं भाई, हमारी तो औकात है। हम तो कहते हैं कि वफा जफा की तेग से गर्दन वफा शहारों की, कटी है बरसरे मैदान मगर झुकी तो नहीं। हम तो कहते हैं नबी पाक से बेवफाई करने से बेहतर है मर जाएं, वो रात आने से पहले या अल्लाह कब्र में रात आ जाए। हम तो नबी अलैहिस्सलातु वस्सलाम के ऊपर होने वाले हर एतराज़ का जवाब देने के लिए तैयार, हम दे सकें या ना दे सकें। हमारी कम इल्मी कम अक्ली आड़े आज एक अलग बात है, लेकिन नबी अलैहिस्सलातु वस्सलाम के किरदार पर मिर्ज़ाई बात करना चाहते हैं तो बुलाएं उनको, क्यों नहीं आते वो सामने? उनको कहें भी आओ सामने, नबी पाक के किरदार पर बात होगी, किरदार नबूवत पर बात होगी। बुलाओ फुरकान को, बुलाओ जट मट बट पट कट कट जो कुछ भी है ना, लगड़ भगड़ सारे इकट्ठे करके ले आओ, उनको कहो आ जाओ। बात आज के बाद आपसे होगी सिर्फ नबी पाक के किरदार पर। अली अकबर ने पता केड़ा केड़ा सवाल सवेरे किया है? एक तो उसने वो फतेह मसीह वाली बात कही है जो फतेह मसीह ने कही थी ना, एक तो उसने वो वाली बात की। दूसरा उसने कहा उम्मुल मोमिनीन आयशा सिद्दीक़ा रज़ी अल्लाह ताला अन्हा की उम्र कितनी थी जब नबी पाक से उनकी शादी हुई। यही मुल्हिद सवाल करते हैं ना, ये दो सवाल किए। तीसरा करने लगे तो पीछे से कोई एम्बुलेंस आ गई, वो दौड़ गया निकल गया, उसके बाद नज़र नहीं आ रहा। तो इसलिए ये दो सवाल वो लेके गया है जवाब। टाक मास्टर गवाह है, तारक चौहान गवाह है, उन्होंने उसको जूते मारे हैं कि दफ़ा हो जाओ, यहाँ से निकल जाओ, क्या चवड़े मार रहे हो तुम। बल्कि तारक चौहान साहब ने कहा है कि आमर नज़ीर ने जो जवाब दिए हैं इससे बेहतर जवाब और कोई हो ही नहीं सकता। तो वो उसको कहो कि अब तीसरा सवाल बताओ। तीसरा एतराज़ क्या है नबी पाक के पाक किरदार पर, नबी पाक की पाक सीरत पर। तीसरा एतराज़ लेकर आओ, जाओ मिर्ज़ाइयो। मिर्ज़ा गुलाम कादियानी के पैरोकारों को दावत है कि हमारे नबी मोहम्मद सल्लल्लाहु अलैहि वसल्लम के किरदार पर जो सवाल हो आकर करें, किरदार नबूवत पर बात होगी। बिल्कुल ठीक है, सुनहरी रंग करके लगाएं, सूए रंग दी शे न ला के सामने टका दो। लियाओ जी वाटर साहब, मिर्ज़ाई बुलाओ दो त्रै, उन्होंने कहो किरदार नबूवत पर बात होगी। और अच्छा आमर भाई वाटर को कहीं काल डाले ऊपर आए, इसने हुसैनी की बरोड़ पे गालियां भी दी हैं, इससे पूछे जी इसने गालियां क्यों दी? किसको गालियां दी? मरज़इयों को, कादियानियों को। वाटर साहब ने कब दी हैं गालियां? ये आज सुबह की बात है। आज सुबह की बात है? मतलब वो जो चल रही थी ना कल रात वाली स्टोरी, हाँ। उसी के बाद की बात है। कोई अहमदी इनके ट्रैप में ना आए, कोई साडे ट्रैप च ना आवे। ते जेड़े आए ने, जेड़े दो सवाल कर गए ने, असीं त्रीजे दा इंतजार पे करने आ। अलीम साहब ਉਹ ਦੋ ਸਵਾਲ ਨਬੀ ਪਾਕ ਦੀ ਜ਼ਾਤ ਤੇ ਉम्मुल मोमिनीन आयशा सिद्दीक़ा रज़ी अल्लाह ताला अन्हा ਦੀ ਸ਼ਾਦੀ ਦੇ ਬਾਰੇ ਕਰਕੇ ਗਿਆ।
ਇੱਕ ਸਹੀ ਮੁਸਲਮ ਵਾਲੀ ਉਸ ਹਦੀਸ ਦੇ ਬਾਰੇ ਕਰ ਗਿਆ ਜਿਹੜਾ ਫਤਿਹ ਮਸੀਹ ਨੇ ਇਤਰਾਜ਼ ਕੀਤਾ ਸੀ। ਅਸੀਂ ਤਾਂ ਹੁਣ ਤਰੀਜੇ ਦਾ ਇੰਤਜ਼ਾਰ ਪੇ ਕਰਨੇ, ਤੁਹਾਨੂੰ ਹੁਣ ਪਿਆ ਨਜ਼ਰ ਆਉਂਦਾ ਟਰੈਪ। ਹੁਣ ਤੇ ਪੁਲਾਂ ਦੇ ਥੱਲੋਂ ਪਾਣੀ ਕਾਫੀ ਬਹਿ ਗਿਆ। ਹੁਣ ਤੇ ਸਾਬਤ ਹੋ ਚੁੱਕੇ ਨੇ ਕਿ ਮਿਰਜ਼ਾਈ ਨਬੀ ਪਾਕ ਦੇ ਕਿਰਦਾਰ ਤੇ ਸਵਾਲ ਕਰਨਗੇ, ہم جواب دیں گے۔ خون دل دے کے نکھاریں گے رخ برگ گلاب، ہم نے گلشن کے تحفظ کی قسم کھائی ہے، ہم دیں گے جواب۔ لے آؤ سوال مرزائیو، میں آیا بھی کروں گا۔ آجو اسد ملک صاحب اٹھے، آجو۔ یہ آفر جو ہے نا محمد حسین صاحب، یہ آفر میر سلیم کے لیے بھی ہے، اعظم سیفی کے لیے بھی ہے۔ بلائیں ان کو بھی، کہیں اپنے بلوں سے باہر نکلیں، آئیں جی ان کے، کیونکہ اعتراض بہت زیادہ ہے ان کے پاس، اور وہ تو ایک طرح سے بالکل ہی اوپن کر دیا انہوں نے مرضیت کو۔ جو الزامات انہوں نے ان پاک ہستیوں پہ لگائے ہیں نا، وہ تو بیان کرنے کے قابل بھی نہیں ہے، تو ان کو بھی اعظم سیفی کو بھی کہیں لائے وہ حدیث جس سے یہ ثابت ہوتا ہے کہ نبی کریم معاذ اللہ شراب پیتے تھے، جس سے یہ ثابت ہوتا ہے، لاؤ لے کے آؤ اعتراض۔ اعظم سیفی کو بھی بلائیں، سارے مرزائی اکٹھے ہو کے آ جاؤ، لگائیں ان کے ساتھ، لکھ کے سوال ان کے لگائیں۔ ایک سوال یہ کہ کیا نبی علیہ السلام معاذ اللہ بقول مرزائیوں کے شراب پیتے تھے؟ دوسرا سوال وہ جو فتح مسیح نے کیا۔ تیسرا سوال یہ کہ ام المومنین کی عمر شادی کی کتنی تھی؟ یہ سوال ہیں۔ چوتھا سوال لے کے آؤ۔ السلام علیکم ورحمۃ اللہ وبرکاتہ۔ وعلیکم السلام جی واٹر صاحب۔ ہاں جی، سلام کرتے ہوئے بھی ڈرتے ہو؟ نہیں، ظاہر ہے ڈر لگتا ہے جب کس سے ڈرتے ہو؟ اللہ سے ڈرتے ہو کہ اپنے اللہ سے سرکاری ڈرتے ہیں، مسلمانوں اللہ سے ڈرتے ہو؟ ڈرتے ہیں، اللہ سے ڈرتے ہیں، اللہ سے۔ اللہ قرآن شریف میں کیا کہتا ہے؟ اور واٹر صاحب، سلام مرزا کے بارے صاحب میں کہتے تھے سلامتی کی دعا ان کے لیے ہے جو ہدایت والے ہیں۔ سلام مرزا صاحب علی آپ کے من نبی اتبع ہیں؟ الہدی، آخری فیصلہ اشتہار کریں۔ مرزا صاحب مرزا آپ کے صاحب نے نبی ہیں؟ لکھا ہے بخدمت جناب مرزا مولوی صاحب آپ کے نبی ہیں؟ امرتسری صاحب، سلام آپ مرزا علی صاحب من پر ایمان اتبع لے آئے الہدی۔ ہیں؟ سن تو لیں بخدمت جناب مولوی ثناء اللہ صاحب، سلام علی من اتبع الہدی، مخاطب کیا مولانا ثناء اللہ امرتسری کو، سلامتی ان پہ اچھا نہیں جی، بھیجی، سلام ان کو نہیں اچھا کیا، جی، سلام ان کو کیا ہے جو ہدایت کی اتباع کرتے ہیں۔ تو آپ بھی بالکل کیوں آ صحیح کے ہے، ہمیں سلام کرتے ہیں؟ آپ بھی سلام علی من بالکل اتبع کریں گے۔ الہدی کہا کریں۔ ہمارے رسول اللہ صلی اللہ علیہ وسلم نے فرمایا ہے کہ سب کو سلام کرو، ہم تو کریں پھر گے مرزا سلام۔ صاحب نے رسول اللہ کے خلاف کی ہے حرکت؟ میں کیا کہہ سکتا ہوں اس میں؟ آپ مجھے یہ بتائیں کہ رسول اللہ نے کیا کہا ہے؟ پھر ثابت ہو گیا آپ نا۔ اگر رسول اللہ نے کہا سب کو آپ سلام کرو اور مرزا آپ صاحب نے مرزا کہا صاحب کے ہے کہ ماننے والے نہیں ہیں؟ سب کو سلام نہیں کرنا، سلام صرف ہدایت اس والوں کو طرح تو کرنا ہے۔ پتہ لگا کہ عامر صاحب مرزا صاحب کے ماننے والے ہیں۔ نہیں اپنا باٹر ہاں صاحب، جی اگر جناب، مرزا صاحب نے رسول اللہ کے خلاف بات کہی ہے تو ڈرتے کیوں ہاں، کہتے ہوئے؟ اور ڈرتے تو آپ ہیں، سلام کرتے کھل ہیں، کے ڈرتے ہیں، کہیں، آگے سے ہم کہیں گے آپ کھل کو کے وعلیکم السلام آپ کہیں کھل گے، بھائی کے ہم تو یہ کہتے ہیں ہاں کہ ہو سکتا ہے کہیں آپ کو وعلیکم غلطی لگی السلام۔ ہو، سن تو لینا، نہیں ہو سکتا ہے آپ کو غلطی لگی ہو جب مرزا صاحب نے بھائی، کہا قرآن ہے شریف میں کوئی تو غلطی ان کو نہیں ہے سلام نہیں کرنا کیونکہ بھائی، انہوں نے قرآن ہم پہ پاک دیا میں کوئی کفر کا، غلطی سن نہیں لیں ہے۔ واٹر صاحب، ہاں جی، انہوں نے دیا ہم پہ کفر کا فتویٰ۔ اب کنہوں نے دیا؟ کنہوں ہیں؟ نے دیا؟ کنہوں نے دیا کفر کا فتویٰ؟ مسلمانوں نے۔ مرزا اچھا، صاحب نے لکھا ہوا ہے شیخ بٹالوی کے خط میں کہ آپ لوگوں نے ہم پر دیا کفر کا فتویٰ۔ اب مسئلہ یہ ہے کہ ہم دونوں میں سے ایک نہ ایک کافر ہے، یا آپ کافر ہیں یا ہم کافر ہیں، اس لیے میں آپ کو سلام مسنون نہیں لکھ سکتا۔ بتائیں نبی پاک کی مخالفت کی ہے کہ نبی پاک کی تعلیم کے عین مطابق مرزا صاحب کی حرکت ہے؟ یہ بتائیں۔ لے جی عامر بھائی، میں بھی یہ پرومس کرتا ہوں، وعدہ کرتا ہوں کہ واٹر صاحب اگر کہہ دینا کہ مرزا صاحب نے یہ خلاف شریعت کام کیا تو میں علل اعلان واٹر صاحب کو سلام کروں گا بھی، اور ان کی سلام کا جواب جو ہے وہ بالکل اونچی آواز میں دوں گا۔ ہم خود ان کو سلام کریں گے، یہ تو کوئی بات نہیں ہے، لیکن بتائیں تو صحیح نا، ایک طرف مرزا صاحب کھڑے ہیں، ایک طرف نبی جی پاک جی کھڑے ہیں۔ مرزا جی صاحب جی نے نبی پاک کی مخالفت کی ہے نا۔ جی جی، مرزا صاحب نے کہاں سے نبی پاک کی مخالفت کی ہے؟ ذرا ریپیٹ کریں، کیا لکھا ہے انہوں نے؟ سلام علیہ سنیں، کیا لکھا ہے؟ انہوں نے لکھا ہے شیخ بٹالوی کے خط میں بھی لکھا ہوا ہے اور آخری فیصلہ اشتہار جو مولانا ثناء اللہ امرتسری کے لیے چھپا، دونوں میں لکھا ہوا ہے۔ ہاں جی، شیخ ہاں جی، بٹالوی کو انہوں نے لکھا ہے کہ کیونکہ آپ لوگوں نے دیا ہے ہم پر کفر کا فتویٰ، اچھا جی،
तो अब मसला ये है कि हम दोनों में से एक काफिर ज़रूर है, क्योंकि नबी पाक ने फरमाया है कि अगर फतवा दुरुस्त है तो फिर तो ठीक है, जिसकी तकफीर की गई वो तो अगर काफिर है तो काफिर है, वरना कहने वाला काफिर है। अब मिर्ज़ा साहब कहते हैं या तो हम काफिर हैं या आपने हमें काफिर कहा, आप काफिर हैं, हम दोनों में से एक काफिर है ना, तो इसलिए मैं आपको सलाम मसनून नहीं कर सकता, यानी सुन्नत वाला सलाम, नबी पाक वाला सलाम जो नबी पाक लोगों को करते थे वो मैं नहीं कर सकता। अब बताएं मिर्ज़ा साहब ने सही किया कि गलत किया? सोने मोहम्मद वर्गा हुस्नो जमाल कोई नहीं, अल्लाह दी कसमें जगते मिलदी मिसाल कोई नहीं, मिलदी मिसाल कोई नहीं। आखो ये झूठा है जड़ा कहंदा मैं उन्हां दा मिसल हाँ, आखो मैं ये झूठा है जड़ा कहंदा मैं उन्हां दी दूसरी। तो नबी पाक फरमांदे ने कि नबी पाक सलाम नूं कहंदे ने आम करो, तो मिर्ज़ा गुलाम अहमद कादियानी कहंदा है सलाम तुहानूं नहीं कर सकदा, लिखे है उत्ते खत दे उत्ते सलामुन अला मन इत्तबल हुदा, सलामती होवे उन्हां उत्ते जेड़े हदायत दी इत्तबा करदे ने। वाटर साहब सलामती होवे उन्हां ते जेड़े हदायत दी इत्तबा करदे ने। तुसी उत्ते पैनल ते चढ़ के फरमाया सलामुन अलैकुम, तुहाडे उत्ते सलामती होवे, तुसां साडे उत्ते सलामती घल दित्ती है। मिर्ज़ा साहब आंदे ने कि सलामती उन्हां ते वे जेड़े हदायत दी इत्तबा करदे ने, जिन्हां साडे ते कुफर दा फतवा लाया है उन्हां नूं असीं सलाम मसनून नहीं कर सकते। आप हिदायत की इत्तबा नहीं करते भाई देखे ना, आप अगर आप नहीं करते करते हैं तो फिर, अगर करते होते तो फिर मिर्ज़ा साहब हमें सलाम अलैकुम कहते, सलामुन अला मन इत्तबा तो मैंने ना आपको कहते। सलाम अलैकुम कह दिया, मैं भाई आपसे आपने उनसे कह इल्म दिया, रखता हूँ। आप सुन तो एक ही बात है, सलाम कहना, सलामुन अलैकुम कहना, सलाम उन पर जिन जो हदायत की मुतलाशी है ये कहना, सब एक बात है। फर्क जिसको क्या है मेरी इसमें? सुने ना, मेरी सुन, जो बंदा आप ये लोग कहता तो है, आगे से कहते हैं क्या हाल है आपकी, सुने हम सलाम करते हैं आगे से कहते हैं क्या हाल है आपकी, वाटर साहब, और वाटर 5 साहब, बंदों के आपके मुंह बंद हो वाटर जाते हैं, साहब, सिर्फ वाटर आमिर साहब, नज़ीर बोलता है वालेकुम सलाम, बाकी तो हिम्मत ही मैं नहीं तो इनमें, पहले भी बोल नहीं कोई और मसला जिगरा ही मसला नहीं इनमें बोलने का दूसरों वालेकुम को सलाम यही कहने डर का। लगता है कि मिर्ज़ा साहब कह के गए हैं कि इनको सलाम नहीं करना, तो ये क्यों सलाम कर रहे हो, सोची पड़ जाती तो है। ये सारे मिर्जा साहब के मानने वाले हैं कि रसूलुल्लाह के मानने वाले हैं? नहीं, वो मिर्ज़ा साहब ने जो एक आपको एक हुक्म दिया वाह है, जी वाह, हर जब बात में अच्छा मिर्जा मेरी साहब की बात ही बात, मानते हैं, मिर्ज़ा तो फिर साहब तो कहते हैं एमपी हो जाना चाहिए इनको। जो मुझे इन अमूर में हकम नहीं मानता, जो मेरी बात को नहीं मानता, वो मेरी तबाह नहीं करता, वो मेरी बात को नहीं फॉलो करता, वो मरियल टट्टू पे सवार है, वो मुसलमान है ही नहीं। जिसको मेरी दावत पहुंच गया उसने मुझे कबूल नहीं किया, मेरी बात नहीं मानी, वो मुसलमान है ही नहीं, वो तो मरियल टट्टू पे सवार है, मुर्दा दीन लेके होता हैं। ये कैसा मुसलमान है जो मरियल टट्टू की सवारी नहीं करता? भाई टट्टू तो सवारी है, चाहे मरियल हो चाहे जैसी मर्जी हो, सवारी का मुसलमान होने से क्या ताल्लुक है? भाई ये तो मिर्जा साहब से पूछे ना कि इससे क्या ताल्लुक है, भाई मुझसे आप सवाल पूछे ना, मिर्जा आप हर साहब वाले बात में सवाल मिर्जा मेरे से साहब कर रहे ये हैं। मिर्जा वाटर साहब साहब, वो कहते हैं। वाटर साहब मेरी बात सुने, या आप आपको अल्लाह कहें, ताला ने मेरी क्या सुन लें, हुक्म दिया कुरान शरीफ में? सुन, हाँ क्या हाँ, जो हुक्म अल्लाह दिया ताला आपको ने, कुरान शरीफ? अगर कुरान शरीफ वाला हुक्म मानना है तो फिर मिर्जा साहब को फारिग करें, मिर्जा साहब को कहें कि इन्होंने कुरान शरीफ के तो खिलाफ वही तो हुक्म। मैं आपको कह रहा हूँ कि दोनों मिलकर कुरान शरीफ का हुक्म करते हैं। फिर आपने मिर्जा कहा साहब जी कि फारिग, मिर्जा साहब सलाम नहीं कहते थे, फिर आपने जो मिसाल दी है उसमें उन्होंने सलाम कहा हुआ। किस क्या किधर मौलवी किसको सलाम बटालवी किया? जो थे वो हिदायत के किस मुतलाशी नहीं थे? भाई शेख क्या बटालवी जो हिदायत से थे, फिरे हुए थे मौलवी ओ बटालवी? भाई हदायत पर नहीं थे, बकौल मिर्जा साहब के हदायत पर नहीं थे, गुमराह थे। गुमराह थे तो फिर मिर्जा साहब ने उनको हिदायत का एक मिनट जरा टाक मास्टर साहब असां पोस्टर देख के लात है यार आमिर साहब कि ਜਿਹੜੇ 2-3 ਸਵਾਲ ਮਿਰਜ਼ਾਈਆਂ ਨੇ ਨਬੀ ਪਾਕ ਦੇ ਕਿਰਦਾਰ ਦੇ ਉੱਤੇ ਕੀਤੇ ਨੇ, जिस तरह आजम सैफी ने किया है, नबी पाक इस हदीस से साबित होता है कि माज अल्लाह नकले कुफर नबाशत के शराब पीते थे वो, और फतेह मसीह वाली हदीस जो उसने मुस्लिम वाली पेश की उससे कहता है, फुरकान भी कहता है और ये अली अकबर भी कहता है कि इससे साबित होता है कि माज अल्लाह नबी पाक को अपने नफ्स पर कंट्रोल नहीं था। और तीसरा सवाल जो उम्मुल मोमिनीन आयशा सिद्दीक़ा रज़ी अल्लाह ताला अन्हा की उम्र के बारे में उसने सवाल किया है कि उनकी उम्र छोटी थी, उनमें उस उम्र में शादी क्यों की। चौथा सवाल का हम इंतजार कर रहे हैं, नबी पाक के किरदार पर आज के बाद मरज़ाइयों से सिर्फ किरदार नबूवत पे बात होगी। अच्छा आमिर भाई, एक छोटी सी रिक्वेस्ट है, राहिल भाई सुन रहे हैं, आप मौजूद हैं राहिल भाई? हाँ जी, ये आपने पोस्टर बड़ा अच्छा है, लेकिन ये जो राइटिंग है ना इसको जरा नीचे कर लेंगे तो ज्यादा बेहतर है, क्योंकि वो पीछे आ रहा है ना।
तो मसनवी शरीफ, तो थोड़ा इसको नीचे कर लें, काफी स्पेस है, नीचे आ जाएगा आमिर प्लीज। नज़ीर साहब ने किरदार नबूवत को जो चुना है ना, उसके पीछे सारी इनकी चालाकी ये है कि ये वफात मसीह और वही के जारी होने के मौजू पर तो अहमदियों से बुरी तरह हार चुके हुए हैं, और कहीं भी ये साबित नहीं कर सकते कि हज़रत ईसा जिंदा है, कहीं ये साबित नहीं कर सकते कि वही टोटल कल अदम हो भाई गई है और ये अल्लाह सारी ताला ने बातें इंसानों के सानवी कलाम हैसियत बंद कर रखती हैं दिए। वाटर साहब, ये सानवी सब पहली हैसियत रखती है। वाटर साहब अब सानवी बातें, आगे असल चीज है किरदार नबूवत, असल चीज है किरदार। आपने किरदार नबूवत अगर इसलिए नबूवत चुना है, हाँ। आपने किरदार नबूवत इसलिए चुना है कि अहमदी तो नबी पाक सल्लल्लाहु अलैहि वसल्लम की उससे भी बढ़कर इज्जत करते हैं। किससे जो आप लोग बढ़कर, करते हैं। किससे बढ़कर, आप किससे लोगों से बढ़कर, बढ़कर, आप किससे लोगों से बढ़कर बढ़कर इज्जत करते हैं। अच्छा जेडी आप इज्जत लोगों से सवेरे अली बढ़कर अकबर ने इज्जत की करते थी हैं। तो राती फुरकान ने की थी, वो थोड़ी सुनाओ, बिल्कुल बिल्कुल सुनाओ जरा थोड़ी इज्जत, दो थोड़ा जा बंदों की पेश बातों करो पर नमूना उस आप इज्जत दा। पूरी अहमदियत को जो है ना वो चार्जशीट वाटर साहब जेडी इज्जत तुसा राती बिल्कुल, की थी बिल्कुल। सैनी साहब दी बरात ते हो हम ते जेडी सवेरे सर, अली हम अकबर ने इसीलिए हत्या आपको की जवाब नहीं देते कि हमें नबी करीम सल्लल्लाहु अलैहि वसल्लम अच्छा की जात पर अच्छा उतना ही आमिर हद हो भाई, गई है। जितना आप आमिर लोग भाई, आमिर भाई सिर्फ एक छोटा सा सवाल ये है कि वाटर साहब आपने कल जो नीचे कमेंट किए हैं कि वो भैन चोदो, ओए बंद करो इस ब्राड को, ओए कंजरो, ये आपने क्यों किए हैं? जी अच्छा इसलिए किए हैं हाँ जी जी, बिल्कुल यही लफ्ज इस्तेमाल किए हैं मैंने, और ये मैंने इसलिए किया है कि साथ मैंने ये वाली इसकी वजह भी बताई है। साहिल खान की ब्रॉड पे आबिद को खास तौर पर जाकर आप आबिद से भी पूछ सकते हैं, मैंने उसको ये बताया कि मैंने ये भी लिखा है साथ में कि तमाम शरीफ लोग ये ब्रॉड छोड़ दें, तमाम शरीफ लोग ये ब्रॉड फौरन छोड़ दें, तमाम शरीफ लोग छोड़ दें। फिर उसके बाद जब ये दोनों आबिद और वो दूसरा आदमी नहीं टल रहे थे, फुरकान है कि क्या उसका नाम है, तो फिर मैंने उसके बाद जब इन्होंने 2 घंटे पूरे कर दिए, मैं 11 बजे से देखने शुरू हुआ हूँ, ये शातमियत दोनों ही कर रहे थे, दोनों कर रहे थे, हमारा बंदा भी कर रहा था, आपका भी कर रहा था। मुझे कुछ 12 बजे देखा तब भी यही चल रहा था। 1 बजे जब हुआ ना, फिर मैंने ये ऐलान किया, फिर मैंने पंजाब पुलिस वाला तरीका लगाया। 10 मिनट के अंदर आमिर साहब ये ब्रॉड बंद करके सारे दौड़े हैं। पहले इनके 102 बंदे बैठे हुए थे, फिर उसके बाद 75 हुए हैं, फिर उसके बाद 50 हुए हैं, फिर ब्रॉड गिर गई है। तो ये जनाब अली ये बाजी नहीं आ अबू रहे थे बकर कि भाई ये तरीका पूछ रहे लगाना हैं, पड़ा। अबू बकर भाई ये पूछ रहे हैं कि मिर्जाइयों ने किया क्या है जो आपने गालियां उनको दी, क्या वजह हुई? मैंने जनाब जो आपका बंदा करी जा रहा था वही वो बंदा करी जा रहा था। हमारा तो बंदा, मुझे हमारा कूदना बंदा पड़ा। मुझे पता तो नहीं क्या कर रहा, लेकिन मैं बता सकता हूँ कि हमारा बंदा एक ऐसे शख्स को जिसको वो कज़ाब और दज्जाल मानता है उसके किरदार पर सवाल कर रहा था, ये कर रहा था हमारा बंदा। तो आमिर साहब मैं आपको कज़ाब और दजाल मान के आपके सारे फैमिली को पुनना शुरू कर दूं? आप मुझे ये बता। नहीं, अगर गालियां दे रहा है तो गलत कर रहा है, लेकिन सवाल कर रहा है तो सवाल तो जायज है ना, सवाल तो उसके किरदार पर वो कर सकता है क्योंकि वो उसको झूठा मानता है। मुझे एक बात बड़ी सख्त आई हुई है। करो जी करो। वो इस तरह के वाटर भाई, हम तो इंतज़ार कर रहे थे कि ये एक्सेप्ट करें इस बात को, किरदार नबूवत पर गुफ्तगू की जो बात है इसको एक्सेप्ट करें, क्योंकि फुरकान भाई ये बात 1000 दफ़ा कह चुके हैं कि हम ये टॉपिक रखेंगे और कोई आता नहीं है, उनको आके बात करनी चाहिए, बात करते हैं किरदार नबूवत पर। तो ये जो डिमांड है दरअसल फुरकान भाई की है, जो कि एक्सेप्ट नहीं हो रही थी, अब ये एक्सेप्ट हो चुकी है, तो ये अच्छी बात है, इसमें क्या प्रॉब्लम है जी। माशाल्लाह जज़ाकल्लाह, कबूल कर लिया चैलेंज, कबूल है कबूल है कबूल है, कबूल हो गया चैलेंज जी। बुलाओ जी फुरकान नु बुलाओ, अली अकबर नु बुलाओ, आजम सैफी नु बुलाओ। आमिर भाई ये ना मरजियां मुनकर जाना जे कि फुरकान जेड़ा साडी जमात दा ही नहीं। नहीं नहीं नहीं, आजम सैफी करना चाहता है, अली अकबर करना चाहता है, जट करना चाहता है, बट करना चाहता है। ਐ ਤੁਸੀਂ WhatsApp ਵੇਖੋ ਜ਼ਰਾ ਕੀ ਪਿਆਂਦਾ ਉਹਨੂੰ ਕੀ ਰੋਣਾ ਪਿਆ ਹੈ। ਕੀ ਹੋਇਆ ਕੀ ਹੋਇਆ ਕਿ ਦੁਬਾਰਾ ਅਮਰ ਭਾਈ? ਆਪਣਾ WhatsApp ਚੈੱਕ ਕਰੋ ਜ਼ਰਾ। नहीं मैं थल्ले तो शोर है पीछे, मैं देखना। नज़ीर भाई, ये जो आपने ये कहा है कि मिर्ज़ा साहब ने ये कहा है कि अस्सलामु अलैकुम अल्लाह मन इत्तबा, कोई इस तरह का, इसकी ये तहरीर जो है वो मुझे चाहिए, दिखा दें क्या लिखा है और इसका पस मंज़र क्या है। हाँ जी, मैं जो ज़बानी बता रहा हूँ वो सुन लें, उसके बाद तहरीर में पेश कर दूंगा। अबू बकर भाई यार तहरीर कट के दे दिया करो, मजदूर आदमी है, मजबूर आदमी है, प्लीज मदद कर दिया करो। शेख बटालवी नू मिर्जा साहब ने लिखिया सी कि मैं तुहानू सलाम मसनून नहीं कर सकता,
क्योंकि आपने कुफर का फतवा दिया है, तो अब हम दोनों में से एक जरूर काफर है, या आप काफर हैं या हम काफर हैं, इसलिए मैं आपको सलाम नहीं कर सकता। सलाम अला मन इत्तबल हुदा लिखा हुआ है वहां पर, ये निकाल के दिखा दें। और ये मैं आपका मशकूर हूँ टाक मास्टर साहब कि आपने सही बात कही है, दयानतदारी की बात है कि एक अरसा दराज से ये कह रहे थे हम किरदार नबूवत पर बात करना चाहते हैं, नबी पाक के किरदार पर बात करना चाहते हैं, हमने चैलेंज कबूल कर लिया है। तो अब वाटर साहब को मसला क्या हुआ है ये पूछ कर बता रहे नहीं, एक तो ये बात तय हुई जो आपने बताई है कि जो मौलवी साहब अमृतसरी हैं उनके ख़त में उन्होंने लिखा, लेकिन वो अगर तो वो उनको ज़ाती तौर पर लिखा कि भाई आपके लिए नहीं है, लेकिन वहाँ पर एक और बात है कि चूँकि हम दोनों में से एक काफिर है, यानी मैं आपको काफिर समझता हूँ, इसलिए मैं आपको सलाम जो है वो मसनून सलाम नहीं कर सकता। चलो ये बात तो वाज़ेह हो गई। बाकी ये बात जो है देखें, इसमें एक चीज़ जो है ना वो आप गलत ले रहे हैं कि रसूल करीम सल्लल्लाहु अलैहि वसल्लम के किरदार पर बात की जाए। ऐसा नहीं है। किरदार नबूवत का मतलब है कि जितने भी अंबिया आए हैं उनके किरदार पर जो गुलू किया गया है क्या वो दुरुस्त है या नहीं और क्यों किया गया है, उस पर एतराज़ है। जैसे कि मैं आपको मिसाल देता हूँ, जैसे खादम रिजवी भाई रिजवी मौलवी साहब वो ये कहते थे कि मैं हदीसें पेश कर सकता हूँ कि रसूल करीम सल्लल्लाहु अलैहि वसल्लम का सहाबा कराम जो है वो रसूल करीम सल्लल्लाहु अलैहि वसल्लम का बोलो बलास नहीं, वो ज़ईफ़ रवायतें हैं, वो हमें भी पता है कि कुछ ज़ईफ़ रवायतें हैं, वो तो हमने सुबह भी कहा ना। मेरी बात सुने, झूठी बातें भी तो है ना हमारे। अच्छा छोड़ें, इस बात को छोड़ें। हमारा एक फ़िरका मौजूद है आपके यहाँ 72 में से एक, जो ये कहता है कि रसूल करीम सल्लल्लाहु अलैहि वसल्लम चूँकि नूर से बने थे उनका साया नहीं था, या फिर वो जहाँ भी जाते थे एक बादल का टुकड़ा उनके सर पर साया किए रहता था। ये वो चीज़ें हैं जो गुलू में आती हैं। अब वो जो गुलू में आती हैं ये उन पर बात करना चाहते हैं कि आप जो गुलू करते हैं वो ठीक नहीं है। किरदार नबूवत का मतलब यह है कि नबी एक बशर होता है और उसके जो बशरी तकाज़े हैं अगर वो आपको नज़र आते हैं तो इसका मतलब ये नहीं है कि वो किरदार पर कोई आँच आती है। तो ये है असल में चीज़, ये नहीं है कि रसूल करीम सल्लल्लाहु अलैहि वसल्लम या बाकी अंबिया की गुस्ताखी की जाए। मकसद ये नहीं है, मकसद ये है कि जिन लोगों ने गुलू किया है। अब मैं आपको अपनी ज़ाती बात बताता हूँ। ये जो हदीस है ये मेरा ख्याल 4 हदीसें हैं इस ज़मन में कि हज़रत आयशा रज़ी अल्लाह ताला अन्हा की उम्र जो है वो 9 साल थी शादी के वक़्त। मैं इसको गलत समझता हूँ क्योंकि जो नबियों का किरदार है, यानी कि जो रसूल करीम सल्लल्लाहु अलैहि वसल्लम का किरदार है, उससे मैं ये बात जो है ना वो मुझे हज़म नहीं होती। उस पे आप कई बातें कर लें कि नहीं जी उस वक़्त बलूगत इतनी उम्र में हो जाती थी, ये था वो था जो भी था, मगर मैं ये समझता हूँ कि ये किसी ऐसे नौ मुस्लिम ने जो कि अपने बगलों के बुत अपने साथ ले आए थे, उन्होंने अपनी कैड निकाली है यह हदीस देकर। मैं तो ये समझता हूँ जी। तो असल में किरदार नबूवत जो है ना उस पर बात होगी फुरकान भाई के साथ, क्योंकि वो तो राज़ी हैं करने को। लेकिन इसका मतलब ये हरगिज़ नहीं है कि किरदार नबूवत के सिलसिले में किसी भी नबी की गुस्ताखी की जाए जी। अच्छा, आपके ये लंबे चौड़े इस भाषण का जवाब ये है कि पहली बात ये है कि हम भी मानते हैं कि नबी अलैहिस्सलाम के बारे में गुलब नहीं करना चाहिए। खुद नबी पाक ने फरमाया है कि लोगों मुझे ऐसे ना बढ़ाओ जैसे मसीह इब्ने मरियम को नसारा ने बढ़ाया, मेरी ज़ात को ऐसे ना बढ़ा के बयान करना। ये तो खुद नबी पाक की सही हदीस है। हम इस बात के कायल हैं कि जो नबी अलैहिस्सलाम की बातें सही हदीस से साबित हैं वो आपकी अक्ल पर पूरी उतरें या ना उतरें, नबी पाक का वही किरदार है, नबी पाक की वही सीरत है। वो जो झूठी मन घड़त मौजू बनावटी बातें हैं वो हमारे नज़दीक भी झूठी हैं, आप भी उनको पेश नहीं। सुबह बंदे ने क्या कहा, आपके साथी ने कहा कि मैं हदीसें पेश करूंगा जो सही हदीसें हैं, यानी बुखारी मुस्लिम से पेश करूंगा। वो नबी पाक का किरदार, वो नबी पाक की सीरत
जो बुखारी मुस्लिम में लिखी हुई है, उस पर इतराज़ात हैं मिर्जाइयों को। भाईजान अपने आप से धोखा ना करें, आपकी अक्ल पर पूरी उतरती हैं नहीं उतरती इसके हम जिम्मेदार नहीं हैं। लेकिन उम्मुल मोमिनीन की उम्र 9 साल थी, नबी पाक का आपके जिस्म पर मक्खी का ना बैठना या किसी को साया ना नज़र आना या बादल का, ये तो मोजज़ात हैं, ये तो नबियों के मोजज़ात हैं, इससे बढ़कर मोजज़ात हैं। नबी अलैहिस्सलाम ने हुनैन के मौका पर सफ़ेद खच्चर पर अब सवार थे, तो जैसे ही वो ढलवान पे उतरे हैं नीचे लश्कर को लेकर, तो सामने से वो पहाड़ियों के अंदर मोर्चे बना के बैठे हुए थे, उन्होंने तीर चलाए हैं ऐसे जैसे बारिश आती है, बारिश के कतरों की तरह वो तीर आए। 10,000 का लश्कर था, कहते ऐसे भाई अल्लाह माफ़ करे कोई बंदा बचे ही नहीं, हर एक को तीर लगा। तो सारे लोग पीछे को हटे, पीछे को भागे। आगे से जब ये ज़ोरदार हमला हुआ है, नबी अलैहिस्सलाम पीछे नहीं भागे, नबी अलैहिस्सलाम सफ़ेद खच्चर पर सवार थे। एक तरफ से हज़रत अबू सुफियान ने पकड़ी थी, एक तरफ से हज़रत अब्बास ने पकड़ी हुई थी बाग। नबी अलैहिस्सलाम नीचे उतरे और कहने लगे मुझे ये रेत भर के ना मुझे मेरी मुट्ठी में दो, मेरे हाथ में डालो रेत। उन्होंने रेत पकड़कर उठाकर ज़मीन से नबी अलैहिस्सलाम की हथेली पर रखी। नबी पाक ने वो रेत पूरे वादी की तरफ ऐसे फेंकी, हाथ से वो छट्टा रेत का दिया। बाद में जब वो गिरफ्तार हुए, वो कहते हैं हम में से कोई ऐसा नहीं बचा जिसके मुंह में या आंखों में वो रेत नहीं गई। वो मोर्चों में हैं, पहाड़ियों के ऊपर जो मोर्चे बने हुए हैं, और नबी पाक उस ढलवान वाली जगह पर हैं जो 2 पहाड़ों के बीच में ढलवानी रास्ता होता है। ये मोजज़े हैं नबी पाक के कि नबी अलैहिस्सलाम अगर जाते हैं बादल का अगर साया है जो आप कर रहे हैं, हाँ? ये गुलू है, ये गुल्लव आपको लगता है ना, तो हम तो इसको ऑन करते हैं, आपको लगता है ये गुल्लव है, इसीलिए हम कहते हैं आपके नजदीक किरदार नबूवत और है, हमारे नजदीक और है। अच्छा टाग मास्टर साहब मैं फिर बिजी हो जाऊंगा, सिर्फ मुझे 30 सेकंड दे दे, मैंने बिजी हो जाना है। 1 मिनट आमिर भाई ने वो हवाला जो कहा था वो अगर कहें तो मैं पढ़ दूंगा आपको। मैं ये कह रहा हूँ कि ये गुलू इसलिए है कि अगर इसी तरह ही उनकी जो है ना वो मुकाबला करना था कि रेत की वो उछाला और वो सब जो है वो अंधे हो गए और उनको कुछ नज़र नहीं आया, तो ये बात जो है वो फिर जंग उहद में क्यों नहीं की गई? असल मसला ये है, इसका जवाब है, इसका मैं जवाब देता हूँ। अबू बकर भाई की बात कर सुन लें जरा, मैं देता हूँ इसका जवाब, मैं समझ गया। नहीं, मेरा मतलब ये है कि अक्सर जो मानने वाले हैं वो गुलू कर जाते हैं। ये यानी किसी का कसूर नहीं है, ये उनका कसूर है कि जिन्होंने इस किस्म के बयान जो है वो इसलिए दिया कि वो जी। चलो शुक्र है, तुम्हारा माइक खराब हो गया जी। नहीं, मेरा नहीं खराब हुआ, किसी ने बोला था तो मैं चुप कर। ठीक है, अबू बकर भाई को बात कर लेने दे, मैं आपको इसका जवाब देता हूँ। अच्छा आमिर भाई आप बिल्कुल जवाब दें, मैं आपको उससे भी बढ़ के एक बात बताने लगा हूँ। ये 6 अप्रैल 1911 है, हजरत 1916 सॉरी, खलीफातुल मसीह हजरत खलीफातुल मसीह बाद हकूत का जवाब लिखवा रहे थे। डाकमैन एक मुखालिफ का खत भी था, उसने मुहर्रिर डाक को फरमाया कि इसका नामा लिखो। जनाब सुनकर दोबारा फरमाया सिर्फ जनाब रहने दो, सिर्फ जनाब रहने दो और सलाम ना लिखो, क्योंकि ये लोग खुदा के फजल से दूर हैं और हमसे एक तरफ हैं। और इस मौका पर अपने उस्ताद का एक वाकया भी सुनाया। उन्होंने एक मर्तबा एक शख्स को जो इस्लाम से मुनकर था सफरनामा लिखा, मरकज मुहीत उलमा रद्द मुहीत मरकज फजला, फरमाया कि ये सरनामा इसलिए मुंतखब किया कि हमारा उनका इख्तलाफ इसी किस्म का है। फिर हजूर ने फरमाया कि हमारे पास एक हिंदू ने अपने लड़के के वास्ते दुआ को कहा, हमने उसके सामने जब दुआ की कि अल्लाह ताला दोनों जहां में उसका भला करे, तब उसने कहा कि आप रहने दें, क्योंकि जो दुआ आप कर रहे हैं इसके ज़ेरे साया मानी ये है कि वो मुसलमान हो जाए। तो हिंदू का ये हवाला भी दे रहे हैं कि हिंदू लड़के के लिए दुआ की तो उसने मना कर दिया कि दुआ ना करो, क्योंकि ये तो आप दुआ हमें दे रहे हैं कि मैं मुसलमान हो जाऊं। तो ये हजरत आपके खलीफातुल मसीह का जो है ना बात, उन्होंने कहा कि खत लिखवाया और उन्होंने कहा कि सिर्फ जनाब रहने दो, सलाम नहीं लिखना,
کیونکہ یہ ہمارا مخالف ہے، اور اس کو سلام یعنی کہ دعا دینا ایسے ہی ہے جیسے ہندو لڑکے کو دعا دینا. تو ہندو لڑکے کا حوالہ ساتھ میں دے کے انہوں نے یہ بات لکھی ہے. اس سے بڑھ کے میرے خیال میں آپ کے لیے بات نہیں ہوگی. اور خلیفۃ المسیح وہ ہستی ہیں جی جن کا انکار بنی اسرائیل کے انبیاء کا انکار، جس کا انکار مسیح موعود کا انکار، جس کا انکار رسول اللہ کا انکار، اور جس کا انکار اللہ کا انکار ہے. یہ حوالہ بھی میرے ذمہ. جی یہ بات تو کلیئر ہو چکی ہے پہلے ہی. چلیں ٹھیک ہے جی نذیر بھائی. اچھا جہاں تک وہ سوال ہے نا تو کلیئر ہوگی کہ اب آپ نے سلام نہیں کرنا، نہ آپ نے نہ واٹر صاحب نے، جب تک اس بات کا آپ نے فیصلہ نہیں کر لینا کہ بھئی جو سلام کرنے کے قائل نہیں تھے، جو کہتے تھے کہ ان کو سلام علی من اتبع الہدی کہنا ہے، وہ صحیح کرتے تھے کہ غلط کرتے تھے؟ اگر وہ غلط کرتے تھے تو کہیں کہ وہ غلط کرتے تھے، اگر وہ صحیح کرتے تھے تو آپ بھی سلام علی من اتبع الہدی کہیں. جب تک یہ فیصلہ نہیں کرنا اب آپ سلام امید ہے کہ نہیں کریں گے. اب یہ بات جی ہم تو السلام علیکم کہیں گے، کیونکہ السلام علیکم سب سے آسان طریقہ ہے اور وہی ہم نے سیکھا ہے اور وہی تو ہم پھر چوہان صاحب آ گئے تو انہوں نے کہنا تسی مرزا صاحب نو کذاب ثابت کرنے لگے ہو. اور بہت ہی پیاری سی بات ہے کہ السلام علیکم اللہ آپ پر اللہ تعالیٰ کی آہو طرف پر سے چوہان صاحب سلامتی نے آ نازل کے ہو. کہنا ہے کہ تسی مرزا صاحب نو کذاب دجال ثابت کرنے لگے ہو. پھر کی جواب دیو گے بالکل انہوں نے؟ کس طرح وہ کہہ سکتے ہیں؟ ذرا جوان صاحب کو بلا لیں کیونکہ تو دیکھ لیں کیونکہ کہ مرزا جوان صاحب صاحب کیا فرماتے ہیں. مرزا صاحب کی عابد بات کو صاحب چھوڑ آپ کر لوگوں نے کیا نبی پاک کے کردار میں، نبی پاک سے تو سلام میں پہل کوئی کر ہی نہیں سکتا تھا. دور نبوت سے پہلے بھی آپ سے سلام میں پہل کوئی کر ہی نہیں سکتا تھا. آپ سے تو نظریں ملتی تھی تو لوگوں کو آپ سلام پہلے کیا دیا کرتے تھے. تو یہ تو ساروں سے بڑا نبی پھر کا مرزا کردار ہے. صاحب آپ نے کیسی باتیں کر اور رہے ہیں مرزا صاحب نے جو حرکت کی ہے اس کا کیا کرنا ہے؟ ایسا کرتے ہیں بھائی؟ واٹر بھائی. بھائی آپ ایسا مرزا صاحب کو تو مانتے نہیں، آپ مرزا صاحب کی آپ بات تو کیوں کر مانتے رہے ہیں کہ ہیں؟ آپ بھی جواب دے بیٹھے ہم ہیں. مانتے ہیں بھائی، ہم تو مانتے ہیں. مانتے ہیں تو واٹر پھر بھائی ان کی طرح کریں. کیوں؟ واٹر بھائی ایسا آپ کرتے ہیں. مولوی بٹالوی ہیں. ہاں میں ان کے بالکل جس طرح بٹالوی صاحب آپ کو کافر سمجھتے تھے ویسے میں سمجھتا ہوں برابر. آپ ہدایت کے متلاشی نہیں ہیں. بھائی جو بھی ہے نا، اگر وہ ہدایت کی تو متلاشی بس نہیں میں تو میں بھی ہدایت نہیں. کے متلاشی کو سلام کر دیتا ہوں. ہاں آپ صرف سلام علی من اتبع الہدی کہا تھا. یار اتنا مشکل سلام یاد کرتے ہوئے مجھے 15 دن لگیں گے، میں السلام علیکم ہی کر لیا کروں. آپ قرآن جواب کی میں آیت کیا ہے، اتنا کہا؟ مشکل کیا ہے؟ آپ جواب میں کیا مشکل دوسرا کہا بات ہے آپ کا صاحب؟ یہ اسلام کرنا جو ہے نا آپ کے خود عقیدے کے خلاف جا کے آپ کو خبیث ثابت کرتا ہے. آپ اپنی فکر کریں، ہمیں تو کوئی پرابلم نہیں نہیں ہے، بھائی، میرے لیکن عقیدے کے آپ مطابق خبیث میرے ثابت عقیدے ہوتے ہیں سارے آپ کے نبی اپنے پاک عقیدے صلی کے اللہ علیہ مطابق. وسلم والے میرے عقیدے اچھا نبی ٹاک پاک ماسٹر والے. صاحب نے جو بات کی تھی نا واٹر صاحب، میں ذرا ان کے حوالے سے انہوں نے یہ کہا کہ جی کردار نبوت پر بات کرنے کے بعد انہوں نے جو کافی ساری لمبی چوڑی باتیں خود ہی اپنے آپ سے کی ہیں. پہلے تو یہ بات ہے کہ جس موضوع پر یہ اتنے ٹاک ماسٹر ٹانکے کہوں گا میں معذرت کہ جوڑے ہیں آپ نے، کردار نبوت پر بات کرنے کے بعد آپ نے یہ کہا کہ غلف کیا جاتا ہے. بات یہ ہے کہ مسلمانوں کے اندر یہ ڈیبیٹ ہو چکی ہیں، ہوتی رہتی ہیں، حدیث مبارکہ پر، حدیث مبارکہ کی صحت پر، راوی کی صحت پر، راوی کے بیان پر، اس کے کردار پر بات ہوتی رہتی. لیکن کسی بھی مسلمان نے یہ موضوع رکھ کے بات نہیں کی کہ آؤ نبی پاک علیہ الصلوۃ والسلام کی حدیث پر بات کرنی اور کردار نبوت ثابت کرنا ہے ہم دونوں میں سے. تو وہ حدیث کی صحت پر بات ہوتی ہے، راوی کے قول پر بات ہوتی ہے، راوی کے کردار پر بات ہوتی ہے. لیکن جو موضوع آپ لوگوں نے ڈیسائیڈ کیا کردار نبوت، اور پھر دوسری طرف سے جو بندے نے دلیلیں پیش کی ہے نا، جو حدیث مبارکہ صحیح حدیث کہہ کر ہے، صحیح حدیث پیش کر قرآن پاک کی آیت کو اس کے ساتھ جوڑ کر اس نے یہ ثابت کیا ہے. اس نے یہ نہیں کہا کہ دیکھو یہ غلط ہو گیا، یہ کیا کر دیا، حدیث مبارکہ اس کو نہیں آن کرتی، یہ بیان آپ دے رہے ہو. اس نے قرآن کی آیت پہلے پیش کی ہے اور اس کے بعد صحیح حدیث پیش کر کے کہا کہ یہ دیکھو یہ تو قرآن کے اگینسٹ جا رہا ہے. اس نے نبوت کو، نبی پاک علیہ الصلوۃ والسلام کو قرآن کے اگینسٹ ثابت کرنے کی کوشش کی ہے. جو چیز آپ کہہ رہے ہیں نا، یا آپ کے ذہن کی تو بات ہو سکتی ہے، آپ کا ذاتی فطرہ ہو سکتا ہے، لیکن جس بندے کو آپ ایز اے پلوان میدان کے اندر اتارنے کی کوشش کر رہے ہیں یا اتارنا چاہتے ہیں، اس بندے کا یہ عقیدہ نہیں ہے. اس بندے نے قرآن پاک کی آیت پیش کی ہے اور نبی پاک علیہ الصلوۃ والسلام کے کردار کو نعوذ باللہ اس کے مخالف ثابت کرنے کی کوشش کی ہے. اور یہ مرزا صاحب کی یہ تعلیم ہے. مرزا صاحب نے جو ہے نا اپنے کلام کے اندر یہی باتیں ثابت کی ہیں. اور لہٰذا اگر وہ بندہ سن رہا ہے میری بات تو میں اس کو دعوت دے رہا ہوں کہ آؤ قرآن پاک کی آیت پیش کرو، اور پھر جو اعتراض ہے رسول کریم محمد مصطفیٰ صلی اللہ تعالی علیہ وسلم خاتم الانبیاء کے اوپر جو بھی اس کا سوال ہے وہ پیش کرے، مسلمان جواب دیں گے. لیکن واٹر صاحب جو آپ کہہ رہے تھے نا وہاں پہ انہوں نے یہ کیا وہ کیا، بھائی میں پھر آپ کو یہ کہہ رہا ہوں مسلمان سے جب بھی کوئی کافر سوال کرے گا مسلمان الحمدللہ اس کا جواب رکھتا ہے.